ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਲਟੀਮੇਟਮ ਦੀ, ਇੱਕ ਹੋਰ ਅਲਟੀਮੇਟਮ ਦੀ। ਪਹਿਲਾਂ ਅਲਟੀਮੇਟਮ ਸੀਐਮ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਤਾਂ ਇਸ ਵਾਰ ਅਲਟੀਮੇਟਮ ਲੀਡਰ ਆਫ ਆਪੋਜੀਸ਼ਨ ਨੂੰ ਦਿੱਤਾ ਗਿਆ। ਮਾਮਲਾ ਨਵੇਂ ਚੁਣੇ ਗਏ ਜੋ 2022 ਦੇ ਵਿੱਚ ਚੁਣੇ ਗਏ ਵਿਧਾਇਕ ਸੀ, ਉਹਨਾਂ ਨੂੰ ਲੈ ਕੇ ਦਿੱਤੇ ਗਏ ਪ੍ਰਤਾਪ ਬਾਜਵਾ ਦੇ ਬਿਆਨ ਦਾ ਹੈ। ਆਮ ਆਦਮੀ ਪਾਰਟੀ ਨੇ ਨਾ ਸਿਰਫ ਇਸ ਨੂੰ ਲੋਕਾਂ ਦੇ ਨੁਮਾਇੰਦਿਆਂ ਦਾ ਅਪਮਾਨ ਕਰਾਰ ਦੇ ਦਿੱਤਾ, ਬਲਕਿ ਦੂਜੇ ਪਾਸੇ ਦਲਿਤ ਭਾਈਚਾਰੇ ਦੇ ਨਾਲ ਵੀ ਇਸ ਪੂਰੇ ਇਸ਼ੂ ਨੂੰ ਜੋੜ ਦਿੱਤਾ। ਆਮ ਆਦਮੀ ਪਾਰਟੀ ਦੇ ਦਲਿਤ ਵਿਧਾਇਕ ਅਤੇ ਮੰਤਰੀਆਂ ਦੇ ਵੱਲੋਂ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਗਈ। ਪਰ ਇਸ ਸਭ ਦੇ ਵਿੱਚ ਵਾਲੇ ਸਵਾਲ ਇਹੀ ਹੈ ਕਿ ਪ੍ਰਤਾਪ ਬਾਜਵਾ ਦੇ ਬਿਆਨ ਦੇ ਉੱਤੇ ਇਤਰਾਜ਼ ਕਿਉਂ ਹੈ। ਪ੍ਰਤਾਪ ਬਾਜਵਾ ਦਾ ਬਿਆਨ ਕੀ ਸੀ ਉਹ ਤੁਹਾਨੂੰ ਅੱਗੇ ਸੁਣਾਵਾਂਗੇ। ਦਰਅਸਲ ਪ੍ਰਤਾਪ ਬਾਜਵਾ ਜ਼ਿਕਰ ਕਰਦੇ ਹੋਏ ਕਹਿੰਦੇ ਨੇ ਕਿ ਇੱਕ ਮੋਬਾਈਲ ਚਾਰਜਰ ਵਾਲਾ ਆ ਕੇ ਸਾਡੇ ਵਿਚਾਲੇ ਬੈਠ ਗਿਆ ਜਾਂ ਨਾਲ ਬੈਠ ਗਿਆ, ਇਸ ਤਰੀਕੇ ਦੀ ਸਟੇਟਮੈਂਟ ਜਿਸ ਦੇ ਉੱਤੇ ਕਰੜਾ ਇਤਰਾਜ਼ ਹੈ। ਤਾਂ ਫਿਰ ਸਵਾਲ ਹੈ ਕਿ ਜਿਹੜਾ ਵੀ ਵਿਧਾਇਕ ਬਣਿਆ ਉਹ ਕੋਈ ਚਾਹੇ ਮੋਬਾਈਲ ਰਿਪੇਅਰ ਦਾ ਕੰਮ ਕਰਨ ਵਾਲਾ ਹੋਵੇ ਜਾਂ ਫਿਰ ਕੋਈ ਹੋਰ ਕੰਮ ਕਰਨ ਵਾਲਾ ਹੋਵੇ, ਉਹ ਤਾਂ ਲੋਕਾਂ ਨੇ ਚੁਣਿਆ ਨਾ। ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਕੋਈ ਵੀ ਇਲੈਕਸ਼ਨ ਲੜ ਕੇ ਐਮਐਲਏ ਐਮਪੀ ਬਣ ਸਕਦਾ ਹੈ, ਤਾਂ ਫਿਰ ਉਸ ਦੇ ਉੱਤੇ ਕਿੰਤੂ ਪਰੰਤੂ ਕੋਈ ਕਿਉਂ ਕਰੇ ਜਾਂ ਫਿਰ ਕਿਵੇਂ ਕਰ ਸਕਦਾ, ਔਰ ਖਾਸ ਤੌਰ ਤੇ ਉਹ ਲੀਡਰ ਜੋ ਲੀਡਰ ਆਫ ਆਪੋਜੀਸ਼ਨ ਹੋਵੇ ਔਰ ਜਿਨ੍ਹਾਂ ਦਾ ਇੱਕ ਲੰਬਾ ਚੌੜਾ ਸਿਆਸਤਦਾਨ ਦੇ ਤੌਰ ਦੇ ਉੱਤੇ ਪੂਰਾ ਇਤਿਹਾਸ ਰਿਹਾ ਹੋਵੇ। ਪਰ ਦੂਜੇ ਪਾਸੇ ਇਸ ਪੂਰੇ ਮਾਮਲੇ ਦਾ ਦੂਜਾ ਪੱਖ ਇਹ ਹੈ ਕਿ ਆਮ ਆਦਮੀ ਪਾਰਟੀ ਜਿਸ ਚੀਜ਼ ਨੂੰ ਲੈ ਕੇ ਖੁਦ ਦਾ ਜ਼ਿਕਰ ਕਰਦੀ ਹੈ ਕਿ ਦੇਖੋ ਅਸੀਂ ਇੱਕ ਗੱਡੀ ਚਲਾਉਣ ਵਾਲੇ ਨੂੰ ਟਿਕਟ ਦੇ ਦਿੱਤੀ, ਵਿਧਾਇਕ ਬਣ ਗਿਆ, ਅਸੀਂ ਇੱਕ ਮੋਬਾਈਲ ਰਿਪੇਅਰ ਕਰਨ ਵਾਲੇ ਨੂੰ ਟਿਕਟ ਦੇ ਦਿੱਤੀ, ਉਹ ਵਿਧਾਇਕ ਬਣ ਗਿਆ। ਜਦੋਂ ਖੁਦ ਆਮ ਆਦਮੀ ਪਾਰਟੀ ਜ਼ਿਕਰ ਕਰਦੀ ਹੈ ਤਾਂ ਉਸ ਸਮੇਂ ਦਿੱਕਤ ਕਿਉਂ ਨਹੀਂ, ਤੇ ਜੇਕਰ ਪ੍ਰਤਾਪ ਬਾਜਵਾ ਬੋਲ ਪਏ ਤਾਂ ਫਿਰ ਦਿੱਕਤ ਕਿਉਂ। ਤੇ ਇੱਕ ਹੋਰ ਅਹਿਮ ਸਵਾਲ, ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ, ਬਹੁਤ ਹੈਵੀ ਵੇਟ ਪ੍ਰੈਸ ਕਾਨਫਰੰਸ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਸ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਜੁੜੇ ਹੋਏ ਮੰਤਰੀ ਬਣ ਗਏ ਵਿਧਾਇਕ ਉਹ ਵੀ ਸੀ ਬੈਠੇ, ਤੇ ਨਾਲ ਹੀ ਜਿਹੜੇ ਦਲਿਤ ਵਿਧਾਇਕ ਚੁਣੇ ਗਏ ਨੇ ਵੱਖ-ਵੱਖ ਥਾਵਾਂ ਤੋਂ ਪੰਜਾਬ ਭਰ ਦੇ ਵਿੱਚੋਂ, ਉਹਨਾਂ ਨੂੰ ਵੀ ਨਾਲ ਬਿਠਾਇਆ ਗਿਆ। ਲਵ ਸਿੰਘ ਉਗੋਕੇ ਵੀ ਉੱਥੇ ਬੈਠੇ ਹੋਏ ਸਨ। ਤਾਂ ਅੱਜ ਇਸ ਮੁੱਦੇ ਉੱਤੇ ਚਰਚਾ ਕਰਾਂਗੇ। ਬੇਸਿਕਲੀ ਗੱਲ ਅਸੀਂ ਅਲਟੀਮੇਟਮ ਦੀ ਕਰਾਂਗੇ, ਇਹ ਅਲਟੀਮੇਟਮ 2.0 ਦੀ 2.0 ਦੀ। मोबाइल चार्जर वाला आ गया जी। पहले दिन साइकिल ते चढ़ के आ गया, अगले दिन फॉर्च्यूनर ते चढ़ के आ गया। उन्होंने दसिया बाबा आ पहले दिन साइकिल ते आ गया, फॉर्च्यूनर ते चढ़ के आ गया, कोई 6 महीने तक ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਜਲੰਧਰ ਵਿੱਚ ਕੁਝ ਦਿਨ ਪਹਿਲਾਂ ਦਿੱਤੀ ਤਕਰੀਰ ਦਾ ਇਹ ਉਹ ਹਿੱਸਾ ਸੀ ਜਿਸ ਨੇ ਵਜ਼ਾਰਤ ਧਿਰ ਆਮ ਆਦਮੀ ਪਾਰਟੀ ਵਿੱਚ ਦਲਿਤ ਭਾਈਚਾਰੇ ਤੋਂ ਚੁਣ ਕੇ ਆਏ ਸਾਰੇ ਹੀ ਮੰਤਰੀਆਂ ਤੇ ਵਿਧਾਇਕਾਂ ਨੂੰ ਇੱਕ ਮੰਚ ਤੇ ਲਿਆਂਦਾ। ਮੀਡੀਆ ਦੇ ਨਾਲ ਗੱਲ ਕਰਦਿਆਂ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਕਿ ਇਸ ਬਿਆਨ ਦੇ ਨਾਲ ਪ੍ਰਤਾਪ ਬਾਜਵਾ ਦੇ ਦਿਮਾਗ ਦਾ ਪਾਗਲਪਨ ਸਾਫ਼ ਝਲਕਦਾ ਹੈ। ਪ੍ਰਤਾਪ ਬਾਜਵਾ ਨੇ ਜਲੰਧਰ ਵਿੱਚ ਜੋ ਕਿਹਾ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਜੋ ਜਵਾਬ ਦਿੱਤਾ, ਦੋਵੇਂ ਸੁਣੋ। कोई कहता जी मैं बड़ा चौर तो बन के आया जी, कोई कहता जी मैं उतों कोई आ जेडे ने आ छोटे छोटे की कहीदा इनू मोबाइल एक मोबाइल चार्जर वाला आ गया, वो साडे चंगे भले चीफ मिनिस्टर दा बेचारे दा आ तुसीं वेखो उत्थे हालात पंजाब दे। मोबाइल चार्जर वाला आ गया जी। पहले दिन साइकिल ते चढ़ के आ गया, अगले दिन फॉर्च्यूनर ते चढ़ के आ गया। उन्होंने दसिया बाबा आ पहले दिन साइकिल ते आ गया, हुण फॉर्च्यूनर ते चढ़ के आ गया, कोई 6 महीने ते कढ ले। ਉਹਨਾਂ ਦੇ ਦਿਮਾਗ ਦਾ ਜੋ ਪਾਗਲਪਣਾ, ਉਹਨਾਂ ਦੇ ਦਿਮਾਗ ਦੇ ਅੰਦਰ ਕੀ ਕੁੱਟ-ਕੁੱਟ ਕੇ ਭਰਿਆ ਹੋਇਆਗਾ, ਕਿੰਨੀ ਨਫ਼ਰਤ ਆ ਗਰੀਬ ਲੋਕਾਂ ਦੇ ਪ੍ਰਤੀ, ਕਿੰਨੀ ਨਫ਼ਰਤ ਆ ਜਿਹੜਾ ਹੈਗਾ ਪੰਜਾਬ ਦਾ ਅਨੁਸੂਚਿਤ ਜਾਤੀ ਜਨਜਾਤੀ ਦਲਿਤ ਵਰਗ ਆ ਉਹਦੇ ਪ੍ਰਤੀ ਕਿੰਨੀ ਨਫ਼ਰਤ ਆ ਇਸ ਬਿਆਨ ਦੇ ਵਿੱਚੋਂ ਸਾਫ਼ ਝਲਕਦਾਗਾ। ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਿਧਾਇਕ ਲਾਭ ਸਿੰਘ ਉਗੋਕੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਮੋਬਾਈਲ ਰਿਪੇਅਰ ਦਾ ਕੰਮ ਕਰਦੇ ਸਨ। ਬਾਜਵਾ ਦਾ ਬਿਆਨ ਆਇਆ ਤਾਂ ਜਵਾਬ ਦੇਣ ਦੇ ਲਈ ਉਗੋਕੇ ਵੀ ਸਾਹਮਣੇ ਆਏ। ਸਾਫ਼ ਕਿਹਾ ਕਿ ਇਕੱਲਾ ਉਗੋਕੇ ਨਹੀਂ ਸਗੋਂ ਸੂਬੇ ਦੇ ਸਮੁੱਚੇ ਦਲਿਤ ਭਾਈਚਾਰੇ ਦਾ ਅਪਮਾਨ ਹੈ ਅਤੇ ਬਾਜਵਾ ਮੁਆਫੀ ਮੰਗਣ। ਇਹੀ ਮੰਗ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਚੁੱਕੀ। ਲਾਭ ਸਿੰਘ ਉਗੋਕੇ ਨੂੰ ਮਾੜਾ ਨਹੀਂ ਕਿਹਾ, ਉਹਦੀ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਨਹੀਂ ਮਾੜਾ ਕਿਹਾ, ਤੁਸੀਂ ਸਾਰੇ ਦਲਿਤ ਸਮਾਜ ਨੂੰ ਮਾੜਾ ਕਿਹਾ, ਤੁਸੀਂ ਕਿਰਤ ਕਰਨ ਵਾਲੇ ਉਹਨਾਂ ਕਰੋੜਾਂ ਲੋਕਾਂ ਨੂੰ ਮਾੜਾ ਕਿਹਾ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਕਈ ਰਾਤ ਤੋਂ ਲੈ ਕੇ ਸਵੇਰ ਤੱਕ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ। ਤੁਹਾਡੇ ਵਾਂਗੂ ਝੂਠ ਬੋਲ ਕੇ ਸੱਤਾ ਦੀਆਂ ਕੁਰਸੀਆਂ ਹਾਸਲ ਕਰਕੇ ਨਹੀਂ ਉਹ ਕਰਦੇ, ਉਹ ਆਪਣੀ ਮਿਹਨਤ ਤੇ ਮਜ਼ਦੂਰੀ ਦੇ ਨਾਲ ਖਾਂਦੇ ਆ। ਤੇ ਉਹ ਸਾਰੇ ਲੋਕਾਂ ਤੋਂ ਜਨਤਕ ਰੂਪ ਦੇ ਵਿੱਚ ਆ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਮਾਫੀ ਮੰਗਣੀ ਪਊਗੀ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਸਮੁੱਚੇ ਦਲਿਤ ਭਾਈਚਾਰੇ ਤੋਂ, ਸਮੁੱਚੇ ਪੰਜਾਬ ਤੋਂ
ਮੁਆਫੀ ਮੰਗੋ। ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਮੰਗ ਕੀਤੀ ਕਿ ਜਾਂ ਤਾਂ ਬਾਜਵਾ ਇੱਕ ਹਫ਼ਤੇ ਦੇ ਅੰਦਰ ਮੁਆਫੀ ਮੰਗਣ, ਨਹੀਂ ਤਾਂ ਅਸੀਂ ਕਾਨੂੰਨੀ ਰਾਏ ਲੈ ਕੇ ਐਕਸ਼ਨ ਲਵਾਂਗੇ। ਇਸ ਦੇ ਨਾਲ ਹੀ ਉਹਨਾਂ ਕਾਂਗਰਸ ਪ੍ਰਧਾਨ ਤੋਂ ਮੰਗ ਕੀਤੀ ਕਿ ਬਾਜਵਾ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ। ਸੋ ਇੱਕ ਹਫ਼ਤੇ ਦਾ ਸਮਾਂ ਦਿੱਤਾ ਉਹਨਾਂ ਨੂੰ, ਜੇਕਰ ਉਹ ਆਪਣੀ ਅਪੋਲੋਜੀ ਟੈਂਡਰ ਕਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਲਾਭ ਸੰਗੂਗੇ ਜੀ ਬਿਲਕੁਲ ਅਸੀਂ ਵਿਚਾਰ ਕਰਾਂਗੇ। ਜੇਕਰ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਜਿਹੜਾ ਵੀ ਕਾਨੂੰਨੀ ਤੌਰ ਤੇ ਜਿਹੜਾ ਬਣਦਾ ਹੋ ਐਕਸ਼ਨ वो जरूर लिया जाऊगा। मैं तो बोल चुका हूं कि मैडम सोनिया गांधी जी को, राहुल गांधी जी को, मल्लिकार्जुन खड़गे जी को, उनको तुरंत पार्टी से बाहर निकालने चाहिए। ਬਿਆਨ ਤੇ ਸਿਆਸੀ ਘਮਸਾਨ ਸ਼ੁਰੂ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਦਾਅਵਾ ਸਵੀਕਾਰ ਹੋਵੇਗਾ ਅਤੇ ਕੀ ਬਾਜਵਾ ਮੁਆਫੀ ਮੰਗਣਗੇ। ਇਹਨਾਂ ਦੋਵੇਂ ਸਵਾਲਾਂ ਦੇ ਜਵਾਬ ਦਾ ਇੰਤਜ਼ਾਰ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਜ਼ਰੂਰ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਇਸ ਮੁੱਦੇ ਉੱਤੇ ਹੀ ਚਰਚਾ ਹੋਵੇਗੀ ਜੋ ਸ਼ੁਰੂਆਤ ਦੇ ਵਿੱਚ ਆਪਾਂ ਜ਼ਿਕਰ ਕੀਤਾ ਕਿ ਦੋਵੇਂ ਪੱਖ ਨੇ, ਦੋਵੇਂ ਪੱਖਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਮੋਬਾਈਲ ਵਾਲਾ ਮਿਹਨਤ ਕਰਕੇ ਐਮਐਲਏ ਬਣ ਗਿਆ ਤਾਂ ਫਿਰ ਕਿਸੇ ਨੂੰ ਦਿੱਕਤ ਕਿਉਂ ਹੈ? ਕਿਉਂਕਿ ਐਮਐਲਏ ਬਣਨ ਦੇ ਲਈ ਲੋਕਾਂ ਦਾ ਭਰੋਸਾ ਚਾਹੀਦਾ, ਲੋਕਾਂ ਦੀਆਂ ਵੋਟਾਂ ਚਾਹੀਦੀਆਂ ਨੇ। ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਜਿਹੜੀ ਗੱਲ ਖੁਦ ਪਾਰਟੀ ਆਮ ਆਦਮੀ ਪਾਰਟੀ ਕਹਿ ਰਹੀ ਸੀ ਉਹੀ ਗੱਲ ਪ੍ਰਤਾਪ ਬਾਜਵਾ ਨੇ ਕਹਿ ਦਿੱਤੀ ਤਾਂ ਉਸ ਦੇ ਉੱਤੇ ਕਿੰਤੂ ਪ੍ਰੰਤੂ ਕਿਉਂ? ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਨੇ। ਹੁਣ ਕਰਾਂਗੇ ਪਹਿਲਾਂ ਤਾਰਫ ਤੁਹਾਡਾ ਕਰਵਾਉਂਦੇ ਹਾਂ। ਸਾਡੇ ਨਾਲ ਰਜਨੀਸ਼ ਦਹੀਆ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਦਹੀਆ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਐਡਵੋਕੇਟ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸਵਾਗਤ ਹੈ ਖੜਿਆਲ ਸਾਹਿਬ। ਹਰੀਸ਼ ਰਾਏ ਟਾਂਡਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਟਾਂਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਜੈਬੰਸ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਆਪਾਂ ਚਰਚਾ ਦੀ ਸ਼ੁਰੂਆਤ ਕਰੀਏ ਪਰ ਉਸ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਡਿਬੇਟ ਪੁਆਇੰਟਸ ਦੇ ਆਲੇ ਦੁਆਲੇ ਰਹਿਣ ਦੀ ਕੋਸ਼ਿਸ਼ ਅਸੀਂ ਕਰਾਂਗੇ। ਇੱਕ ਇੱਕ ਕਰਕੇ ਡਿਬੇਟ ਪੁਆਇੰਟ ਸਕਰੀਨ ਦੇ ਉੱਤੇ ਆਉਣਗੇ, ਉਸ ਦੇ ਉੱਤੇ ਹੀ ਜਿਹੜੇ ਸਵਾਲ ਸਿੱਧੇ ਤੌਰ ਦੇ ਉੱਤੇ ਨੇ, ਕੁਝ ਹੋਰ ਸਵਾਲ ਵੀ ਹੈਗੇ ਨੇ, ਉਹਨਾਂ ਤੇ ਵੀ ਗੱਲ ਹੋਏਗੀ ਪਰ ਪਹਿਲਾਂ ਡਿਬੇਟ ਪੁਆਇੰਟਸ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਡਿਬੇਟ ਪੁਆਇੰਟਸ ਲੈ ਕੇ ਆਉਂਦੇ ਆ। ਡਿਬੇਟ ਪੁਆਇੰਟ ਦਾ ਜਿਹੜਾ ਪਹਿਲਾ ਪੁਆਇੰਟ ਹੈ ਉਹ ਜੋ ਇਸ ਸਮੇਂ ਇਲਜ਼ਾਮ ਲੱਗ ਰਹੇ ਨੇ ਮੋਬਾਈਲ ਰਿਪੇਅਰ ਵਾਲੇ ਐਮਐਲਏ ਦੇ ਉੱਤੇ ਇਤਰਾਜ਼ ਕਿਉਂ ਹੈ? ਸਿੱਧਾ ਸਵਾਲ ਆਉਂਦਾ ਹੈ ਕਿ ਜੇਕਰ ਕੋਈ ਐਮਐਲਏ ਆਪਣੇ ਪਾਸਟ ਦੇ ਵਿੱਚ ਕੋਈ ਕੰਮ ਕਰ ਰਿਹਾ ਸੀ, ਦਿਹਾੜੀ ਮਜ਼ਦੂਰੀ ਕਰ ਰਿਹਾ ਸੀ, ਕਿਸੇ ਦੁਕਾਨ ਦੇ ਉੱਤੇ ਕੰਮ ਕਰ ਰਿਹਾ ਸੀ, ਇਹ ਮੋਬਾਈਲ ਰਿਪੇਅਰ ਦਾ ਕੰਮ ਕਰ ਰਿਹਾ ਸੀ, ਤਾਂ ਫਿਰ ਇਸ ਦੇ ਵਿੱਚ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜ਼ਿਕਰ ਕਿਉਂ ਮੋਬਾਈਲ ਚਾਰਜਰ ਵਾਲੇ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ ਪ੍ਰਤਾਪ ਬਾਜਵਾ ਦੇ ਵੱਲੋਂ? ਡਿਬੇਟ ਪੁਆਇੰਟ ਨੰਬਰ 2 ਜਿਹੜਾ ਆਏਗਾ ਉਹ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਮੋਬਾਈਲ ਰਿਪੇਅਰ ਵਾਲਾ ਮੁੱਦਾ ਹੈ ਤੇ ਇਸ ਸਭ ਦੇ ਵਿਚਾਲੇ ਪ੍ਰਤਾਪ ਬਾਜਵਾ ਨੂੰ ਅਲਟੀਮੇਟਮ ਦੇਣ ਦੇ ਕੀ ਮਾਇਨੇ ਕੱਢੇ ਜਾਣ ਸੀ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਬਾਜਵਾ, ਉਹਨਾਂ ਦੀ ਸਟੇਟਮੈਂਟ ਤੇ ਕਿਹਾ ਗਿਆ ਕਿ ਇੱਕ ਹਫ਼ਤਾ ਨਹੀਂ ਤਾਂ ਫਿਰ ਐਕਸ਼ਨ। ਡਿਬੇਟ ਪੁਆਇੰਟ ਨੰਬਰ 3 ਇਹ ਬਹੁਤ ਇੰਪੋਰਟੈਂਟ ਹੈ। ਪੂਰੀ ਪ੍ਰੈਸ ਕਾਨਫਰੰਸ ਇਸ ਪੂਰੇ ਇਸ਼ੂ ਦੇ ਉੱਤੇ ਹੀ ਸੀ। ਜਿਹੜਾ ਡਿਬੇਟ ਪੁਆਇੰਟ ਨੰਬਰ 3 ਆਏਗਾ ਸਕਰੀਨ ਦੇ ਉੱਤੇ ਉਹ ਹੈ ਦਲਿਤ ਕਾਰਡ ਕਿਉਂ। ਜਦੋਂ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਫਿਰ ਸਿੱਧੇ ਤੌਰ ਦੇ ਉੱਤੇ ਦਲਿਤ ਭਾਈਚਾਰੇ ਦੇ ਜਿਹੜੇ ਨੁਮਾਇੰਦੇ ਵਿਧਾਇਕ ਨੇ ਉਹਨਾਂ ਨੂੰ ਬਿਠਾਇਆ ਗਿਆ, ਮੰਤਰੀਆਂ ਨੂੰ ਬਿਠਾਇਆ ਗਿਆ ਤੇ ਫਿਰ ਸਵਾਲ ਇਸ ਕਰਕੇ ਹੀ ਹੈ ਕਿ ਇਹ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਹੋਈ ਹੈ। ਜੇਕਰ ਹਾਂ ਤਾਂ ਫਿਰ ਕਿਉਂ? ਜੇਕਰ ਦਲਿਤ ਵਾਲਾ ਐਂਗਲ ਆਮ ਆਦਮੀ ਪਾਰਟੀ ਨੂੰ ਨਜ਼ਰ ਆ ਰਿਹਾ ਹੈ ਤਾਂ ਉਹ ਕਿਹੜਾ ਹੈ? ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਹੁਣ ਆਪਾਂ ਇੱਕ ਰਿਐਕਸ਼ਨ ਹਰ ਰੋਜ਼ ਦੀ ਤਰ੍ਹਾਂ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਸਵਾਲਾਂ ਜਵਾਬਾਂ ਦਾ ਸਿਲਸਿਲਾ ਮਹਿਮਾਨਾਂ ਦੇ ਨਾਲ ਅਸੀਂ ਤਾਰਫ ਤੁਹਾਡਾ ਕਰਵਾ ਚੁੱਕੇ ਹਾਂ। ਮੈਂ ਸ਼ੁਰੂਆਤ ਕਰਦਾ ਦਹੀਆ ਜੀ ਤੁਹਾਡੇ ਤੋਂ। ਮੈਂ ਸਿੱਧਾ, ਕਿਉਂਕਿ ਅਸੀਂ ਇੱਕ ਡਿਬੇਟ ਦਾ ਫਾਰਮੈਟ ਰੱਖਿਆ ਹੋਇਆ। ਦਹੀਆ ਜੀ ਤੁਸੀਂ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਹੋ ਕਿ ਸ਼ੁਰੂਆਤ ਦੇ ਵਿੱਚ 90 ਸੈਕਿੰਡ ਤੁਸੀਂ ਆਪਣੀ ਗੱਲ ਰੱਖਿਓ। ਸਾਰੇ ਜਿਹੜੇ ਮਹਿਮਾਨ ਹੈ 90 ਸੈਕਿੰਡ 'ਚ ਆਪਣੀ ਗੱਲ ਰੱਖਣਗੇ, ਉਸ ਤੋਂ ਬਾਅਦ ਆਪਾਂ ਸਵਾਲਾਂ ਜਵਾਬਾਂ ਤੇ ਜਾਵਾਂਗੇ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰਦਾ। ਪੁਆਇੰਟ ਇਹ ਕਿ ਪਾਗਲਪਨ ਵਰਗਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਹਰਪਾਲ ਚੀਮਾ ਨੇ, ਇਹ ਕਿਉਂ ਲੱਗ ਰਿਹਾ ਹੈ ਤੁਹਾਨੂੰ? ਸਿੱਧੇ ਤੌਰ ਦੇ ਉੱਤੇ ਪ੍ਰਤਾਪ ਬਾਜਵਾ ਦੀ ਸਟੇਟਮੈਂਟ 'ਚ ਦਿੱਕਤ ਕਿੱਥੇ ਨਜ਼ਰ ਆ ਰਹੀ ਹੈ? देखो, मैं एक गल कहूँगा जी कि जो शब्द बाजवा साहब ने बोले ने ਉਹ ਸ਼ਬਦਾਂ ਦੇ ਪਿੱਛੇ ਉਹਨਾਂ ਦੀ ਮਾਨਸਿਕਤਾ ਕੀ ਸੀ? ਉਹਨਾਂ ਦੇ ਸ਼ਬਦ ਕੀ ਸੀਗਾ ਕਿ ਮੋਬਾਈਲ ਰਿਪੇਅਰ ਵਾਲਾ। ਬਾਜਵਾ ਸਾਹਿਬ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਇਹ ਵੇਖਣਾ ਚਾਹੀਦਾ ਸੀ ਕਿ ਅੱਜ ਜਿਸ ਬਾਰੇ ਉਹ ਗੱਲ ਕਰ ਰਹੇ ਨੇ ਜੀ ਉਹ ਇੱਕ ਸੰਵਿਧਾਨਿਕ ਅਹੁਦੇ ਤੇ ਨੇ, ਔਰ ਸੰਵਿਧਾਨਿਕ ਅਹੁਦੇ ਤੇ ਉਹ ਆਪ ਵੀ ਨੇ। ਐਟ ਲੀਸਟ ਜਿਹੜੇ ਸੰਵਿਧਾਨਿਕ ਅਹੁਦੇ ਦੀ ਜਿਹੜੀ ਮਾਨ ਮਰਿਆਦਾ, ਜਿਹੜੀ ਗਰਿਮਾ ਹੈ, ਉਹ ਬਣੀ ਹੋਣੀ ਚਾਹੀਦੀ ਸੀ। ਲੇਕਿਨ ਜੇ ਉਹਨਾਂ ਨੇ ਉਸ ਮਾਨ ਮਰਿਆਦਾ ਔਰ ਗਰਿਮਾ ਨੂੰ ਜਾਣਬੁੱਝ ਕੇ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਨੀਚ ਜਿਹੜਾ ਸਾਨੂੰ ਉਹਨਾਂ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਦਾ ਦ ਵੇ ਹੀ ਸਪੀਕ, ਬੋਲਣ ਦਾ ਤਰੀਕਾ
ਕਮੈਂਟਿੰਗ ਟੋਨ, ਕਿਸ ਤਰ੍ਹਾਂ ਉਹਨਾਂ ਨੂੰ ਗੱਲ ਨੂੰ ਰਿਪਰੈਜ਼ੈਂਟ ਕੀਤਾ ਗਿਆ, ਕਿਸ ਤਰ੍ਹਾਂ ਗੱਲ ਨੂੰ ਉਹਨਾਂ ਨੇ ਕਿਹਾ ਗਿਆ, ਉਹਦੇ ਪਿੱਛੇ ਸਾਰੀ ਦੀ ਸਾਰੀ ਜਿਹੜੀ ਉਹਨਾਂ ਦੀ ਮਾਨਸਿਕਤਾ ਸੀ ਉਹ ਸਾਹਮਣੇ ਆ ਗਈ। ਕਿਉਂਕਿ ਸਾਹਮਣੇ ਬੈਠੇ ਸੀ ਚੰਨੀ ਸਾਹਿਬ, ਸਾਬਕਾ ਮੁੱਖ ਮੰਤਰੀ ਸਾਹਿਬ ਜੀ, ਔਰ ਜਦੋਂ ਚੰਨੀ ਸਾਹਿਬ ਵੱਲ ਵੇਖਿਆ ਤਾਂ ਉਹਨਾਂ ਨੂੰ ਲਾਭ ਸਿੰਘ ਉਗੋਕੇ ਜੀ ਯਾਦ ਆ ਗਏ। ਚੰਨੀ ਸਾਹਿਬ ਨੂੰ ਹਾਈਲਾਈਟ ਕਰਨ ਵਾਸਤੇ ਉਹਨਾਂ ਨੇ ਜਿਹੜੇ ਲਾਭ ਸਿੰਘ ਉਗੋ ਜੀ ਦੇ ਉੱਤੇ ਜਾਣ ਬੁੱਝ ਕੇ ਇੰਟੈਂਸ਼ਨ ਉਹਨਾਂ ਨੇ ਕਮੈਂਟ ਕੀਤਾ, ਔਰ ਕਮੈਂਟ ਕੀ ਕੀਤਾ ਕਿ ਸਾਡੇ ਸਾਹਮਣੇ ਕਿਹੋ ਜਿਹੇ ਲੋਕ ਆ ਗਏ ਨੇ, ਮੋਬਾਈਲ ਰਿਪੇਅਰ ਕਰਨ ਵਾਲਾ ਜਾਂ ਸਾਈਕਲ ਵਾਲਾ। ਜੀ, ਤੁਸੀਂ ਬਤੌਰ ਪੱਤਰਕਾਰ ਇਸ ਚੀਜ਼ ਨੂੰ ਜਾਣਦੇ ਕਿ ਸਾਡੇ ਦੇਸ਼ ਦਾ ਸੰਵਿਧਾਨ ਇਜਾਜ਼ਤ ਹੁੰਦਾ ਹੈ, ਬਿਲਕੁਲ, ਜੋ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਲੋਕਤੰਤਰ ਦੇਸ਼ ਦਾ ਸਾਨੂੰ ਰੁਤਬਾ ਹੋਣ ਦਾ ਅਹਿਸਾਸ ਮਾਣ ਪ੍ਰਾਪਤ ਕਰਦਾ ਠੀਕ ਹੈ ਜੀ। ਔਰ ਸਾਡੇ ਦੇਸ਼ ਦੀ ਇਹ ਖੂਬਸੂਰਤੀ ਹੈ, ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵਾਈਡਡ ਹੈ ਕਿ ਕੋਈ ਵੀ ਬਿਲਕੁਲ ਕੰਪਲੀਟ ਕਰੋ, 90 ਸੈਕਿੰਡ ਹੋ ਗਏ। ਕੋਈ ਵੀ ਕਿਸੇ ਵੀ ਜੀ ਉਹਦੇ ਤੇ ਕਿਸੇ ਵੀ ਜਿਹੜਾ 18 ਸਾਲ ਤੋਂ ਉੱਤੇ ਚਲਾ ਗਿਆ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ, ਜਿਹੜਾ 21 ਸਾਲ ਤੋਂ ਉੱਤੇ ਚਲਾ ਗਿਆ ਉਹਨੂੰ ਇਲੈਕਸ਼ਨ MLA ਬਣਨ ਦਾ। ਉਹਦਾ ਕੋਈ ਭਾਵੇਂ ਕੰਮ ਕਾਰੋਬਾਰ ਕੋਈ ਹੋਵੇ, ਇਹ ਮੈਟਰ ਨਹੀਂ ਕਰੇਗਾ। ਨਹੀਂ, ਬਿਲਕੁਲ, ਨੋ ਡਾਊਟ ਇਲੈਕਸ਼ਨ। ਠੀਕ ਹੈ ਸਰ, ਤੁਹਾਡਾ ਪੁਆਇੰਟ ਆ ਗਿਆ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਬੇਸਿਕਲੀ ਤੁਹਾਨੂੰ ਪ੍ਰੋਬਲਮ ਹੈ ਕਿ ਜਿਹੜਾ ਉਹਨਾਂ ਦਾ ਅਹੁਦਾ ਹੈ ਪ੍ਰਤਾਪ ਬਾਜਵਾ ਦਾ, ਮਾਨ ਮਰਿਆਦਾ, ਕਿਸੇ ਚੀਜ਼ ਦਾ ਉਹਨਾਂ ਨੇ ਧਿਆਨ ਨਹੀਂ ਰੱਖਿਆ। ਮੈਂ ਇੱਕ ਵਾਰੀ ਸਭ ਤੋਂ ਸਟੇਟਮੈਂਟ ਲੈ ਲਵਾਂ, ਉਸ ਤੋਂ ਬਾਅਦ ਆਪਾਂ ਸਵਾਲ ਬਹੁਤ ਸਾਰੇ ਤੁਹਾਡੇ ਤੋਂ ਵੀ ਲੈ ਕੇ ਆਵਾਂਗਾ। ਖੜਿਆਲ ਸਾਹਿਬ। ਗੌਰਵ ਜੀ, ਦਲਿਤ ਵਿਰੋਧੀ ਕਿਹੜੀ ਪਾਰਟੀ ਹੈ ਤੇ ਕਿਹੜੀ ਪਾਰਟੀ ਨਹੀਂ ਹੈ ਤੁਹਾਨੂੰ ਮੈਂ ਦੱਸਦਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਿਆਨ, ਅਸੀਂ ਦਲਿਤ ਡਿਪਟੀ ਸੀਐਮ ਬਣਾਵਾਂਗੇ। ਅੱਜ 15 ਮਹੀਨੇ ਹੋ ਗਏ, ਦਲਿਤ ਡਿਪਟੀ ਸੀਐਮ ਬਣਾਉਣਾ ਤਾਂ ਦੂਰ ਦੀ ਗੱਲ, ਉਸ ਗੱਲ ਦਾ ਜ਼ਿਕਰ ਕਰਨਾ ਵੀ ਛੱਡ ਕੇ ਵਾਰ-ਵਾਰ ਮੰਗ ਕਰਦੇ ਆ, ਵਾਰ-ਵਾਰ ਕਹਿੰਦੇ ਆ, ਉਹਦੇ ਬਾਵਜੂਦ ਇਗਨੋਰ ਕਰ ਦਿੱਤਾ ਜਾਂਦਾ ਹੈ। ਤੇ ਦੂਜੇ ਪਾਸੇ ਉਹ ਕਾਂਗਰਸ ਪਾਰਟੀ ਜਿਹਨੇ ਦਲਿਤ ਸਮਾਜ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ, ਦਲਿਤ ਹਤੈਸ਼ੀ ਹੈ, ਤੇ ਚੰਨੀ ਸਾਹਿਬ ਮੁੱਖ ਮੰਤਰੀ ਬਣੇ, ਤੇ ਚੰਨੀ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਟਾਰਗੇਟ ਕਰ ਰਹੀ ਹੈ, ਪੋਲੀਟੀਕਲ ਵੈਂਡੇਟਾ ਕਰ ਰਹੀ ਹੈ, ਸਿੰਪਲੀ ਬਿਕੋਜ਼ ਉਹ ਦਲਿਤ ਸਮਾਜ ਨੂੰ ਬਿਲੋਂਗ ਕਰਦੇ ਹੈ। ਤੇ ਤੁਹਾਨੂੰ ਯਾਦ ਹੋ ਗੌਰਵ ਜੀ, ਇਹਨਾਂ ਨੇ ਚੰਨੀ ਸਾਹਿਬ ਨੂੰ ਉਸ ਦਿਨ ਸਮਨ ਕੀਤਾ ਸੀਗਾ ਜਦੋਂ BR ਅੰਬੇਦਕਰ ਸਾਹਿਬ ਦੀ ਜਯੰਤੀ ਸੀਗੀ। ਸਿਰਫ ਇੱਥੋਂ ਤੱਕ ਨਹੀਂ, ਤੁਹਾਨੂੰ ਯਾਦ ਹੋਊਗਾ ਦਿੱਲੀ ਦੇ ਇਹਨਾਂ ਦੇ ਮਿਨਿਸਟਰ ਸੀਗੇ ਜਿਹੜੇ ਦਲਿਤ ਮਿਨਿਸਟਰ ਸੀ ਇਕਲੌਤੇ, ਅਲੈਜਿਡਲੀ ਰਾਜਿੰਦਰਪਾਲ ਗੌਤਮ ਸਾਹਿਬ, ਉਹਨਾਂ ਨੂੰ ਉਤਾਰਿਆ ਗਿਆ ਮਹਾਰਿਸ਼ੀ ਵਾਲਮੀਕੀ ਜਯੰਤੀ ਵਾਲੇ ਦਿਨ। ਤੀਜੀ ਗੱਲ ਗੌਰਵ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੀ ਹੈ, ਸਭ ਤੋਂ ਵੱਡਾ ਮੁੱਦਾ ਕੀ ਹੈ? ਇਹਨਾਂ ਦੇ ਮਿਨਿਸਟਰ ਕਟਾਰੂ ਚੱਕ ਸਾਹਿਬ ਤੇ ਐਲੀਗੇਸ਼ਨ ਲਾਇਆ ਇੱਕ ਦਲਿਤ ਵਿਅਕਤੀ ਨੇ, ਕੰਪਲੇਨੈਂਟ ਨੇ, ਜਿਹਦੇ ਖਿਲਾਫ ਐਕਸ਼ਨ ਕੋਈ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ, ਤੇ ਉਸ ਵਿਅਕਤੀ ਨੂੰ, ਉਸ ਮਦਈ ਨੂੰ ਰਿਪਰੈਜ਼ੈਂਟੇਸ਼ਨ ਭੇਜਣੀ ਪਈ, ਵੀਡੀਓ ਮੈਸੇਜ ਭੇਜਣਾ ਪਿਆ, ਲੈਟਰ ਲਿਖ ਕੇ ਭੇਜਣਾ ਪਿਆ NCSC ਨੂੰ, ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਨੂੰ, ਜਿਹਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਐਕਸ਼ਨ ਟੇਕਨ ਰਿਪੋਰਟ ਸਟਿਪੂਲੇਟਡ ਟਾਈਮ ਦੇ ਵਿੱਚ ਭੇਜੇ, ਤੇ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਕਿ ਚੀਫ ਸੈਕਟਰੀ ਤੇ DGP ਪੰਜਾਬ ਇਹ ਚੀਜ਼ ਇਨਸ਼ੋਰ ਕਰਨ। ਤੇ ਇਹ ਵੀ ਗੱਲ ਕਹੀ NCSC ਨੇ ਕਿ ਜੇ ਸਟਿਪੂਲੇਟਡ ਟਾਈਮ ਦੇ ਵਿੱਚ ਐਕਸ਼ਨ ਟੇਕਨ ਰਿਪੋਰਟ ਨਹੀਂ ਭੇਜੀ ਜਾਂਦੀ ਤੇ ਫਿਰ ਉਹ ਆਰਟੀਕਲ 338 ਦੇ ਤਹਿਤ ਸਿਵਲ ਕੋਡ ਦੀ ਪਾਵਰ ਦੇ ਤਹਿਤ ਸੰਮਨ ਕਰਨਗੇ ਆਫੀਸ਼ੀਅਲਸ ਨੂੰ। ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਦਾ, ਤੁਸੀਂ ਆਪਦੇ ਆਪ ਨੂੰ ਦਲਿਤ ਹਤੈਸ਼ੀ ਕਹਿੰਦੇ ਹੋ ਤੇ ਕਿਉਂ ਨਹੀਂ ਐਕਸ਼ਨ ਲੈ ਰਹੇ? ਤੁਸੀਂ ਪ੍ਰੈਸ, ਅੱਛਾ ਗੌਰਵ ਜੀ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਇਸ਼ੂ ਤੇ, ਪ੍ਰੈਸ ਕਾਨਫਰੰਸ ਆਪਦੇ ਮਿਨਿਸਟਰ ਤੇ ਤਾਂ ਕੀਤੀ ਨਹੀਂ, ਉਸ ਮਦਈ ਲਈ ਨਹੀਂ ਕੀਤੀ ਜੋ ਦਲਿਤ ਸਮਾਜ ਤੋਂ ਆਉਂਦਾ ਹੈ, ਜਿਹਦੇ ਨਾਲ ਇਹ ਸਭ ਕੁਝ ਕੀਤਾ ਗਿਆ, ਐਲੀਗੇਸ਼ਨਸ ਹੈ। ਮਤਲਬ ਤੁਹਾਨੂੰ ਇਤਰਾਜ਼ ਠੀਕ ਹੈ ਖੜਿਆਲ ਸਾਹਿਬ, ਤੁਹਾਨੂੰ ਦਲਿਤ ਵਿਰੋਧੀ ਪਾਰਟੀ ਨਜ਼ਰ ਆ ਰਹੀ ਹੈ, ਔਰ ਜਿਹੜਾ ਪੂਰਾ ਪੁਆਇੰਟ ਉਹ ਦਲਿਤ ਵਿਰੋਧੀ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ, ਤੁਸੀਂ ਉਸ ਤੇ ਪਲਟਵਾਰ ਕਰ ਰਹੇ ਹੋ। ਥੋੜਾ ਜਿਹਾ ਵੇਟ ਕਰਿਓ, ਆਪਾਂ ਸਭ ਦਾ ਰਿਐਕਸ਼ਨ ਲੈ ਲਈਏ। ਮੈਂ ਟਾਂਡਾ ਸਾਹਿਬ ਦਾ ਰੁਖ ਕਰਦਾ ਹਾਂ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਟਾਂਡਾ ਸਾਹਿਬ, ਡੈਰੋਗੇਟਰੀ ਕੁਝ ਨਜ਼ਰ ਆ ਰਿਹਾ ਹੈ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਦੇ ਵਿੱਚ। ਸ਼ੁਰੂਆਤ 'ਚ ਅਸੀਂ ਰਿਪੋਰਟ ਸੁਣਾਈ ਹੈ, ਆਵਾਜ਼ ਤੁਹਾਡੇ ਤੱਕ ਵੀ ਪਹੁੰਚੀ ਹੋਏਗੀ, ਇਨਫੈਕਟ ਤੁਸੀਂ ਉਹ ਸਟੇਟਮੈਂਟ ਸੁਣੀ ਹੋਏਗੀ। ਆਮ ਆਦਮੀ ਪਾਰਟੀ ਜਿਸ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ ਕਿ ਕੋਈ ਖਿਆਲ ਨਹੀਂ ਰੱਖਿਆ ਔਰ ਪਾਗਲਪਨ ਵਰਗਾ ਸ਼ਬਦ ਵੀ ਇਸਤੇਮਾਲ ਕੀਤਾ। ਇੰਦਰਜੀਤ ਗੁਪਤ ਇਸ ਕੰਟਰੀ ਦੇ ਹੋਮ ਮਿਨਿਸਟਰ ਰਹੇ ਆ, ਜਿਹੜੇ ਬੱਸ 'ਚ ਚੜ ਕੇ ਜਾਂਦੇ ਸੀ, ਫਲੈਟ 'ਚ ਹੀ ਰਹੇ, ਕੋਠੀ ਨਹੀਂ ਲਈ, 4 ਕਮਰਿਆਂ ਦੇ ਫਲੈਟ 'ਚੋਂ 1 ਕਮਰਾ ਯੂਜ਼ ਕੀਤਾ, 3 ਕਮਰਾ ਆਪਣੇ ਸਾਥੀਆਂ ਨੂੰ ਦਿੱਤੇ। ਉਹ ਹੱਕ ਰੱਖਦੇ ਆ ਕਿ ਕਹਿਣ ਕਿਉਂ ਆਮ ਆਦਮੀ ਹੈ। ਇਹ ਸ਼ੁਰੂ ਕਿਹਨੇ ਕੀਤਾ? ਸ਼ੁਰੂ ਆਮ ਆਦਮੀ ਨੇ ਕੀਤਾ ਕਿ ਅਸੀਂ ਇੱਕ ਮੋਬਾਈਲ ਰਿਪੇਅਰ ਵਾਲੇ ਨੂੰ ਦੇਖੋ ਬਣਾਤਾ, ਇੱਕ ਫਲਾਣੇ ਛੋਟੇ ਨੂੰ ਬੁਲਾਤਾ, ਇਹ ਕਲੇਮਡ ਐਂਡ ਕਲੇਮ ਦੇ ਬਾਅਦ
ਇਹ ਕਲੇਮ ਵੀ ਆਇਆ ਉਹਦੇ ਵਿੱਚੋਂ ਕਿ ਮੈਂ ਤਨਖਾਹ ਵੀ ਨਹੀਂ ਲਵਾਂਗਾ, ਮੈਂ ਸਾਈਕਲ ਤੇ ਜਾਊਂਗਾ, ਮੇਰੇ ਕੋਲ ਕਾਰ ਹੈ ਨਹੀਂ। ਐਂਡ ਉਸ ਕੰਟੀਨਿਊਟੀ 'ਚ ਇਹ ਸਟੇਟਮੈਂਟ ਦੇਖਣੀ ਚਾਹੀਦੀ ਹੈ, ਨਾ ਕਿ ਉਹਦੇ ਸੈਪਰੇਸ਼ਨ ਦੇ ਵਿੱਚ। ਠੀਕ ਹੈ। ਹੁਣ ਗੱਲ ਆਈ ਨੈਕਸਟ ਸ਼ਬਦਾਵਲੀ। ਮਾਫ ਕਰਨਾ ਦਈਆ ਸਾਹਿਬ, ਜੋ ਮੁੱਖ ਮੰਤਰੀ ਜੀ ਸ਼ਬਦ ਯੂਜ਼ ਕਰਦੇ ਆ ਅਸੈਂਬਲੀ ਦੇ ਵਿੱਚ ਤੇ ਅਸੈਂਬਲੀ ਦੇ ਬਾਹਰ, ਉਹ ਤਿਆਰ ਰਹਿਣ, ਉਹਨਾਂ ਨੂੰ ਇਹੋ ਜਿਹੀ ਸ਼ਬਦਾਵਲੀ ਸਮਝ ਆਉਂਦੀ ਹੈ, ਫਿਰ ਉਹਨਾਂ ਦੀ ਬੋਲੀ ਲੋਕੀ ਬੋਲਣਗੇ। ਜਦ ਅਸੀਂ ਪ੍ਰਿਤਾਂ ਪਾਵਾਂਗੇ ਬੋਲਣ ਦੀਆਂ, ਅਸੀਂ ਧਮਕੀਆਂ ਕਿੱਦਾਂ ਦਿੰਦੇ ਆ। ਅਸੀਂ 31 ਤਰੀਕ ਦਾ ਨੋਟਿਸ ਦਿੱਤਾ ਚੰਨੀ ਸਾਹਿਬ ਨੂੰ, ਉਹਦੇ ਚੋਂ ਨਿਕਲਿਆ ਕੀ? ਕੁਝ ਵੀ ਨਹੀਂ। ਰੀਜ਼ਨ ਹੁਣ ਤੁਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਕਿ ਕਿਆ ਗਵਰਨਮੈਂਟ ਵੀ ਗੈਂਗਸਟਰ ਬਣ ਗਈ ਹੈ? ਓਪਨ ਧਮਕੀਆਂ ਕੇਸ ਰਜਿਸਟਰ ਹੁੰਦੀਆਂ ਹੋ ਰਹੀਆਂ। ਕਿਹੜੀ ਤੁਸੀਂ ਲਾਇਰ ਹੋ, ਤੁਸੀਂ ਤਾਂ ਜਾਣਦੇ ਹੋ, ਦੱਸੋ ਇਹਦੇ ਵਿੱਚ ਕਿਹੜਾ ਕ੍ਰਿਮੀਨਲ ਐਕਟ ਬਣ ਜਾਊਗਾ, ਵਿਚ ਕ੍ਰਿਮੀਨਲ ਐਕਟ। ਐਂਡ ਕਿੰਨੀ ਜ਼ਿਆਦਾ ਆਪਾਂ ਛੋਟੇ ਹੋ ਗਏ ਹੈ ਕਿ ਹਰ ਕਮੈਂਟ ਨੂੰ ਆਪਾਂ ਜਾਤੀ ਚ ਬਾੜ ਲੈਂਦੇ ਆ, ਹਰ ਕਮੈਂਟ ਨੂੰ ਕੰਪਲੀਟ ਕਰ ਲਓ ਸਰ ਜੀ, ਹਰ ਕੰਪਾਰਟਮੈਂਟ ਤੇ ਬੈਨੀਫਿਟਸ ਲੈਣੇ ਸ਼ੁਰੂ ਕਰ ਦਿੰਦੇ ਆ, ਪੋਲੀਟੀਕਲ ਬੈਨੀਫਿਟਸ। ਠੀਕ ਹੈ, ਮਤਲਬ ਤੁਹਾਨੂੰ ਡੈਰੋਗੇਟਰੀ ਕੁਝ ਨਜ਼ਰ ਨਹੀਂ ਆ ਰਿਹਾ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਦੇ ਵਿੱਚ? ਬਟ ਡੈਰੋਗੇਟਰੀ ਦੇ ਜ਼ਰੂਰ ਨਜ਼ਰ ਆਇਆ ਕਿ ਜਿਹੜਾ ਮਾਨਸਿਕ ਦਿਮਾਗ ਬਾਰੇ ਇੱਕ ਆਪਾਂ ਲੀਡਰ ਆਫ ਆਪੋਜੀਸ਼ਨ ਨੂੰ ਕਹਿੰਦੇ ਆ, ਤੇ ਸ਼ੀਸ਼ੇ ਅੱਗੇ ਖੜੋ ਫਿਰ ਬੋਲੋ, ਕਮੈਂਟ ਕਰਨਾ ਨਾ ਪਹਿਲਾਂ ਆਪਣੇ ਆਪ। ਠੀਕ ਹੈ, ਮੈਂ ਟਾਂਡਾ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਵਾਰੀ ਸਭ ਦਾ ਸਟੇਟਮੈਂਟ ਲੈ ਲਵਾਂ। ਜੈਬੰਸ਼ ਜੀ, ਤੁਸੀਂ ਇਸ ਪੂਰੇ ਇਸ਼ੂ ਨੂੰ ਬੀਜੇਪੀ ਕਿਵੇਂ ਦੇਖ ਰਹੀ ਹੈ? ਕਿਉਂਕਿ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦਲਿਤ ਵਿਰੋਧੀ ਸਟੇਟਮੈਂਟ ਹੈ। डिबेट है आपको समझना है, बहुत ही एक अफसोस वाली डिबेट है, क्योंकि असं जो भी इतने कह के चले जावांगे अल्टीमेटली लॉस जोड़ा वो पंजाब का होएगा, पंजाबीयत का होएगा। ਜਿਹੜੀਆਂ ਅਸੀਂ ਗੱਲਾਂ ਜਿਹੜੀਆਂ ਅਸੀਂ ਮਾਨਸਿਕਤਾ ਇੱਥੇ ਦਿਖਾ ਰਹੇ ਹਾਂ, ਉਹਦੇ ਨਾਲ ਸਾਡੇ ਸੂਬੇ ਨੂੰ ਵੀ ਸਾਡੀ ਸੋਸ਼ਲ ਕੋਹੀਜ਼ਨ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ। ਤੇ ਅਖਤਰੀ ਜੀ ਨੇ ਬਹੁਤ ਅੱਛੇ ਪੁਆਇੰਟ ਦਿੱਤੇ ਨੇ ਕਿ ਕੀ ਕੁਝ ਕਿਹਾ ਹੈ ਆਮ ਆਦਮੀ ਪਾਰਟੀ ਨੇ ਤੇ ਕੀ ਕੀਤਾ ਉਹਨਾਂ ਨੇ ਦਲਿਤ ਦੇ ਬਾਰੇ। ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਉਹਨਾਂ ਨੇ ਸਹੀ ਕਿਹਾ। ਮੈਨੂੰ ਇਹ ਕਿ ਅੱਜ ਦੀ ਡਿਬੇਟ ਉਹ ਇਹਦੇ ਨਾਲ ਸ਼ੁਰੂ ਕਰਨਗੇ ਕਿ ਬਾਜਵਾ ਸਾਹਿਬ ਨੇ ਜੋ ਕਿਹਾ ਉਹ ਗਲਤ ਹੈ, ਅਸੀਂ ਉਹਦੇ ਵਾਸਤੇ ਮਾਫੀ ਮੰਗਦੇ ਹਾਂ। ऐसा उन्होंने कहना नहीं सी चाहिए, ਤੇ ਉਹਦੇ ਬਾਅਦ ਫਿਰ ਜੋ ਵੀ ਉਹਨਾਂ ਨੇ ਕਹਿਣਾ ਉਹ ਕਹਿ ਦੇਣ, ਕਿਉਂਕਿ ਜੋ ਬਾਜਵਾ ਸਾਹਿਬ ਨੇ ਕਿਹਾ ਹੈ ਉਹ ਗਲਤ ਹੈ। ਇਹ ਸਾਡੀ ਲਾਈਨ ਹੈ ਕਿ ਉਹ ਗਲਤ ਹੈ। ਠੀਕ ਹੈ, ਇਹ ਮਤਲਬ ਗੱਲ ਹੈ ਗੌਰਵ ਜੀ ਕਿ ਇਹਦੇ ਪਹਿਲੇ ਕਾਂਗਰਸ ਦਾ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਨੇ ਵੀ ਕੁਝ ਐਸੇ ਅਪਸ਼ਬਦ ਇਸਤੇਮਾਲ ਕੀਤੇ ਸੀਗੇ ਜਿਹਦੇ ਕਾਰਨ ਉਹਨਾਂ ਨੂੰ ਕੇਸ ਹੋਇਆ, ਪਰ ਕਾਂਗਰਸ ਪਾਰਟੀ ਨੇ ਉਹਦੇ ਬਾਰੇ ਕੁਝ ਸਿੱਖਿਆ ਨਹੀਂ। ਠੀਕ ਹੈ, ਤੇ ਸਾਰਾ ਮਤਲਬ ਇਹਦੇ ਤੋਂ ਇਹਨਾਂ ਦਾ ਮਾਈਂਡਸੈਟ ਪਤਾ ਲੱਗਦਾ ਹੈ। ਇਹਨਾਂ ਦਾ ਮਾਈਂਡਸੈਟ ਐਸਾ ਹੈ, ਤੁਸੀਂ ਇਹਨਾਂ ਦਾ ਦੇਖੋ ਕਿ ਸੈਂਟਰ ਦੇ ਵਿੱਚ 80% ਇਹਨਾਂ ਦੇ ਬੰਦੇ ਦੂਰ ਸਕੂਲ 'ਚ ਪੜ੍ਹੇ ਹੋਏ ਆਉਂਦੇ ਸੀਗੇ ਤੇ ਇੱਥੇ ਸਟੇਟ ਦੇ ਵਿੱਚ ਸਨਾਵਰ ਦੇ ਪੜ੍ਹੇ ਹੋਏ ਨੇ, ਵੱਡੇ ਵੱਡੇ ਘਰਾਂ ਦੇ ਜ਼ਮੀਂਦਾਰ ਨੇ। ਤੋਂ ਇਹ ਦੂਸਰੇ ਕਿਸੇ ਸਮਝਦੇ ਹੀ ਨਹੀਂ, ਇਹ ਤੇ ਰਾਇਲਟੀ ਦੇ ਵਿੱਚ ਰਹਿੰਦੇ ਨੇ। ਠੀਕ ਹੈ, ਤੇ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਇਹ ਆਮ ਆਦਮੀ ਪਾਰਟੀ ਦੇ ਵਾਸਤੇ ਕਿ ਇਹ ਬਹੁਤ ਸ਼ੋਰ ਪਾ ਰਹੇ ਨੇ ਇਹਨਾਂ ਗੱਲਾਂ ਦੇ ਵਿੱਚ। ਜੀ ਕੰਪਲੀਟ ਕਰ ਲਓ ਸਰ ਪਲੀਜ਼। ਆਪ ਦੇਣਾ ਸੀਗਾ ਤੇ ਦਲਿਤ ਲੋਕਾਂ ਦੇ ਕੋਲੋਂ ਕਾਨਫਰੰਸ ਕਰਵਾ ਕੇ ਨਹੀਂ ਸੀ ਦੇਣਾ ਚਾਹੀਦਾ। ਇਹਨਾਂ ਨੇ ਫਿਰ ਕਰਕੇ ਇਹਨਾਂ ਨੇ ਇਸ ਗੱਲ ਨੂੰ ਕਮਿਊਨਲਾਈਜ਼ ਕਰਨ ਤੇ ਡਿਵਾਈਸਿਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਦੂਸਰਾ ਮੈਂ ਪਾਰਟੀ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜ਼ਰਾ ਯਾਦ ਕਰੋ ਜਿੱਦਾਂ ਕਿ ਢਾਂਡਾ ਸਾਹਿਬ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਆਪਣੇ ਬੋਲਦੇ ਨੇ ਸੀਐਮ ਭਗਵੰਤ ਮਾਨ ਸਾਹਿਬ। ਮੈਂ ਤੇ ਅੱਜ ਤੱਕ ਸੀਐਮ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਦੇ ਸ਼ਾਨ ਦੇ ਖਿਲਾਫ ਇੱਕ ਵੀ ਗੱਲ ਨਹੀਂ ਕਹੀ ਹੋਏਗੀ। ਮੈਂ ਜੀ ਮੈਂ ਉਹਨਾਂ ਨੂੰ ਗੱਲ ਕਰਾਉਣੀ ਚਾਹੁੰਦਾ। ਇੱਕ ਲਾਸਟ ਪੁਆਇੰਟ ਜੀ ਕਿਹੜੇ ਗੱਲ ਕਰਦੇ ਨੇ ਪ੍ਰਾਈਮ ਮਿਨਿਸਟਰ ਦੇ ਬਾਰੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੀ ਐਜੂਕੇਸ਼ਨ ਦੇ ਬਾਰੇ, ਉਹਨਾਂ ਦੇ ਐਕਸਪੀਰੀਅੰਸ ਦੇ ਬਾਰੇ। ਏਦਾਂ ਉਹਨਾਂ ਨੂੰ ਕਮਾਂਡ ਹੈ ਕਿ ਮੈਂ IIT ਦੇ ਵਿੱਚੋਂ ਪੜ੍ਹ ਕੇ ਤੇ ਆਇਆ ਹੋਇਆ ਵਾਂ। ਉਦੋਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਠੀਕ ਹੈ, ਕੀ ਕਹਿ ਰਹੇ ਨੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਬਾਰੇ? ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ। ਮੈਂ ਤੁਹਾਡੇ ਕੋਲ ਵਾਪਸ ਆਉਂਗਾ ਇਨ ਬਿਟਵੀਨ, ਕਿਉਂਕਿ ਤੁਹਾਡੀ ਆਡੀਓ ਬਹੁਤ ਕਲੀਅਰ ਸਾਡੇ ਕੋਲ ਨਹੀਂ ਪਹੁੰਚ ਰਹੀ, ਦਰਸ਼ਕਾਂ ਤੱਕ ਵੀ ਨਹੀਂ ਪਹੁੰਚ ਰਹੀ ਹੋਏਗੀ। ਮੈਂ ਟੀਮ ਨੂੰ ਕਹਾਂਗਾ ਕਿ ਦੁਬਾਰਾ ਅਗਰ ਆਪਾਂ ਜੈਬੰਸ਼ ਜੀ ਨੂੰ ਜੋੜੀਏ। ਹਾਲਾਂਕਿ ਤੁਹਾਡੀਆਂ ਗੱਲਾਂ ਕਾਫੀ ਉਮੀਦ ਹੈ ਕਿ ਸਾਡੇ ਦਰਸ਼ਕਾਂ ਔਰ ਪੈਨਲਿਸਟ ਜਿਹੜੇ ਤੁਹਾਡੇ ਨਾਲ ਮੌਜੂਦ ਨੇ ਉਹਨਾਂ ਤੱਕ ਪਹੁੰਚੀ ਹੋਏਗੀ। ਮੈਂ ਦਈਆ ਸਾਹਿਬ ਦਾ ਰੁੱਖ ਕਰਾਂ, ਪਰ ਉਸ ਤੋਂ ਪਹਿਲਾਂ ਖੜਿਆਲ ਸਾਹਿਬ। ਗੌਰਵ ਜੀ ਦੇਖੋ, ਇੱਕ ਵੋਟ ਤੁਹਾਡੇ ਇਸ ਪੈਨਲ ਦੇ ਵਿੱਚੋਂ ਇੱਕ ਵੋਟ ਤੁਹਾਡੇ ਖਿਲਾਫ ਹੋਗੀ ਕਿ ਜਿਹੜੀਆਂ ਗੱਲਾਂ ਬੋਲ ਦਿੱਤੀਆਂ ਪ੍ਰਤਾਪ ਬਾਜਵਾ ਨੇ ਉਹ ਠੀਕ ਨਹੀਂ ਸੀ। ਦੇਖੋ, ਗੱਲ ਇਸ ਤਰ੍ਹਾਂ ਹੈ ਗੌਰਵ ਜੀ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਤਾਂ ਇਹ ਸਵਾਲ ਦਾ ਜਵਾਬ ਦੇਵੇ ਵੀ ਸੁਨੀਲ ਜਾਖੜ ਸਾਹਿਬ ਦਾ ਜੋ ਸਟੈਂਡ ਸੀਗਾ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਲਈ, ਇੱਕ ਦਲਿਤ ਸਮਾਜ ਦੇ ਉੱਤੇ, ਉਹਦੇ ਬਾਰੇ ਭਾਰਤੀ ਜਨਤਾ ਪਾਰਟੀ ਦਾ ਕੀ ਸਟੈਂਡ ਹੈ ਕਿ ਉਹਦੇ ਨਾਲ ਨੇ ਜਾਂ ਉਹਦੇ ਖਿਲਾਫ ਨੇ ਬਿਆਨ ਦੇ। ਦੂਜੀ ਗੱਲ,
ਭਾਰਤੀ ਜਨਤਾ ਪਾਰਟੀ ਇਸ ਗੱਲ ਦਾ ਜਵਾਬ ਦੇਵੇ ਕਿ ਜੋ ਵਿਕਟਮ ਦੇ ਨਾਲ ਹੋਇਆ ਕਟਾਰੂ ਚੱਕ ਇਸ਼ੂ ਦੇ ਵਿੱਚ ਕੇਸ ਦੇ ਵਿੱਚ ਉਹ ਦਲਿਤ ਸਮਾਜ ਦੇ ਵਿਅਕਤੀ ਦੇ ਨਾਲ, ਕੀ ਭਾਰਤੀ ਜਨਤਾ ਪਾਰਟੀ ਉਹਦੇ ਨਾਲ ਖੜਦੀ ਹੈ ਜਾਂ ਨਹੀਂ ਖੜਦੀ, ਤੇ ਕੀ ਆਮ ਆਦਮੀ ਪਾਰਟੀ ਮਾਫੀ ਮੰਗੂਗੀ ਵੀ ਨਾ ਤਾਂ ਉਹਦੇ ਕੋਈ ਪ੍ਰੈਸ ਕਾਨਫਰੰਸ ਕੀਤੀ, ਕੋਈ ਜਵਾਬਦੇਹੀ ਦਿੱਤੀ, ਕੋਈ ਐਕਸ਼ਨ ਲਿਆ। ਤੇ ਦੂਜੀ ਗੱਲ, ਦਲਿਤ ਸਮਾਜ ਨਾਲ ਧੋਖਾ ਐਡਾ ਵੱਡਾ ਵਾਅਦਾ ਕਰਕੇ ਮੁੱਕਰਨਾ, ਪਹਿਲਾਂ ਤਾਂ ਮਾਫੀ ਮੰਗਣ ਉਹਦੀ, ਤੇ ਦੂਜੀ ਗੱਲ ਜਿਹੜੇ ਲੀਡਰ ਨੇ ਉਹ ਗੱਲ ਕਹੀ ਸੀ ਵੀ ਦਲਿਤ ਡਿਪਟੀ ਸੀਐਮ ਬਣਾਵਾਂਗੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ, ਪਾਰਟੀ ਮੈਂਬਰਸ਼ਿਪ ਤੋਂ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਕਾਂਗਰਸ ਬਿਲਕੁਲ ਉੱਤੇ ਆ ਰਿਹਾ। ਮੈਂ ਕਹਿ ਰਿਹਾ ਕਿ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਦੇ ਨਾਲ ਡਟ ਕੇ ਖੜੀ ਹੈ ਕਾਂਗਰਸ। ਮੈਂ ਕਹਿੰਦਾ ਬਾਜਵਾ ਸਾਹਿਬ ਦਾ ਬਿਆਨ ਕੀ ਹੈ ਉਹ ਤੇ ਮੈਂ ਤੁਹਾਨੂੰ ਦੱਸਦਾ। ਉਹ ਤੋਂ ਪਹਿਲਾਂ ਆਮ ਆਦਮੀ ਪਾਰਟੀ ਉਸ ਲੀਡਰ ਨੂੰ ਰਿਮੂਵ ਕਰੇ ਪਾਰਟੀ ਮੈਂਬਰਸ਼ਿਪ ਚੋਂ ਜਿਹਨੇ ਕਿਹਾ ਸੀਗਾ ਦਲਿਤ ਡਿਪਟੀ ਸੀਐਮ ਬਣਾਵਾਂਗੇ, ਕਿਉਂਕਿ ਬਣਾਇਆ ਨਹੀਂ, ਤੇ ਦੂਜਾ ਦਲਿਤ ਡਿਪਟੀ ਸੀਐਮ ਵਿਦਨ ਅ ਵੀਕ ਬਣਾਉਣ, ਨਹੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੈਸ ਕਾਨਫਰੰਸ ਕਰਕੇ ਇਹੀ ਲੀਡਰਸ ਮਾਫੀ ਮੰਗਣ। ਮੈਂ ਜਵਾਬ ਲੈਣਾ ਨਾ, ਬਾਜਵਾ ਸਾਹਿਬ ਦੇ ਬਿਆਨ ਤੇ ਆ ਰਿਹਾ। ਬਾਜਵਾ ਸਾਹਿਬ ਦੀ ਸਟੇਟਮੈਂਟ, ਬਾਜਵਾ ਸਾਹਿਬ ਦਾ ਬਿਆਨ ਕੀ ਹੈ, ਉਹਨੂੰ ਆਮ ਆਦਮੀ ਪਾਰਟੀ ਮਿਸਕੋਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੇ ਕਿ ਬਾਜਵਾ ਸਾਹਿਬ ਨੂੰ ਕੋਈ ਤਕਲੀਫ ਨਹੀਂ ਹੈ ਕਿ ਮੋਬਾਈਲ ਰਿਪੇਅਰ ਕਰਨ ਵਾਲਾ ਵਿਅਕਤੀ ਅੱਜ ਐਮਐਲਏ ਹੈ। ਇਟਸ ਅ ਮੈਟਰ ਆਫ ਪ੍ਰਾਈਡ। ਮੁੱਦਾ ਇਹ ਹੈ ਕਿ ਉਹ ਸਾਈਕਲ ਤੇ ਆਏ, ਤੇ ਸਾਈਕਲ ਤੇ ਆਉਣ ਤੋਂ ਬਾਅਦ ਨਾਲ ਦੀ ਨਾਲ ਫੋਰਚੂਨਰ ਤੇ ਆ ਗਏ ਇੱਕ ਦੋ ਦਿਨਾਂ ਕੁਝ ਦਿਨਾਂ 'ਚ ਹੀ। ਸੋ ਐਟਲੀਸਟ ਜੇ ਸਾਈਕਲ ਦਾ ਸਟੈਂਡ ਲਿਆ, ਸਾਈਕਲ ਤੇ ਆਉਣਾ ਬਹੁਤ ਅੱਛੀ ਗੱਲ ਹੈ। ਘੱਟੋ ਘੱਟ 6 ਮਹੀਨਾ ਲਈ ਤਾਂ ਆਜੋ। ਬਾਜਵਾ ਸਾਹਿਬ ਨੇ ਇਹ ਗੱਲ ਕਹੀ ਹੈ। ਦੇਖੋ ਮੈਂ ਇੱਕ ਹੋਰ ਚੀਜ਼ ਕਲੀਅਰ ਕਰ ਰਿਹਾ ਜੀ। ਸੋ ਬਾਜਵਾ ਸਾਹਿਬ ਦਾ ਪੁਆਇੰਟ ਇਹ ਹੈ ਕਿ ਸਾਈਕਲ ਤੇ ਚੜ ਕੇ ਫੋਰਚੂਨਰ ਤੇ ਚੜਨਾ ਸੌਖਾ ਹੈ, ਜਾਂ ਤਾਂ ਡਰਾਮਾ ਹੀ ਨਾ ਕਰੋ, ਜਾਂ ਤਾਂ ਤੁਸੀਂ ਕਹੋ ਹੀ ਨਾ ਵੀ ਮੈਂ ਸਾਈਕਲ ਚਲਾਉਣਾ ਹੈ। ਮੈਂ ਸਾਈਕਲ ਚਲਾਉਣਾ ਉਹੀ ਕਹਿ ਰਿਹਾ ਨਾ ਕਿ ਇੱਕ ਹੋਰ ਪੁਆਇੰਟ ਹੈ। ਦੇਖੋ ਇਹ ਵੀ ਲੱਗ ਰਿਹਾ ਹੈ ਕਿ ਸ਼ਾਇਦ ਦੋ ਐਮਐਲਏਜ਼ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਮੋਬਾਈਲ ਵਾਲਾ ਐਮਐਲਏ ਲਾਭ ਸਿੰਘ ਗੋਕੇ ਸਾਈਕਲ ਦੇ ਉੱਤੇ ਜੋ ਚੜ ਕੇ ਆਏ, ਜੇ ਮੈਂ ਗਲਤ ਨਹੀਂ ਤਾਂ ਨਾਭਾ ਤੋਂ ਦੇਵ ਸਿੰਘ ਮਾਨ। ਦਈਆ ਸਾਹਿਬ ਜੀ, ਦਈਆ ਜੀ ਬਿਲਕੁਲ ਤੁਸੀਂ ਸਹੀ ਪਕੜੇ ਹੋ। ਨਹੀਂ ਪਰ ਗੱਲ ਇਹ ਹੈ ਨਾ ਕਿ ਤੁਸੀਂ ਮਿਸਲੀਡ ਕਰ ਰਹੇ ਹੋ, ਤੁਹਾਡੇ ਉੱਤੇ ਇਲਜ਼ਾਮ ਹੈ। ਸਿੱਧੇ ਸ਼ਬਦਾਂ 'ਚ ਦੱਸੋ ਨਾ ਸਰ। ਦਈਆ ਜੀ ਤੁਸੀਂ ਸਿੱਧੇ ਸ਼ਬਦਾਂ 'ਚ ਆਮ ਆਦਮੀ ਪਾਰਟੀ ਦੱਸੇ ਕਿ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਤੋਂ ਪ੍ਰੋਬਲਮ ਕੀ ਹੈ। ਤੁਸੀਂ ਵੀ ਤਾਂ ਇਹੀ ਗੱਲ ਕਹਿੰਦੇ ਹੋ, ਇਹਨਾਂ ਨੇ ਮਾਫੀ ਮੰਗਣੇ। ਤੁਸੀਂ ਵੀ ਤਾਂ ਇਹੀ ਗੱਲ ਕਹਿੰਦੇ ਹੋ ਕਿ ਦੇਖੋ ਅਸੀਂ ਇੱਕ ਗੱਡੀ ਚਲਾਉਣ ਵਾਲਾ ਐਮਐਲਏ ਬਣਾ ਦਿੱਤਾ, ਅਸੀਂ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਐਮਐਲਏ ਬਣਾ ਦਿੱਤਾ। ਬਾਜਵਾ ਜੀ ਵੀ ਉਹੀ ਗੱਲ ਕਹਿ ਰਹੇ ਨੇ। ਸਰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਦੇ ਪਿੱਛੇ ਇੰਟੈਂਸ਼ਨ ਕੀ ਹੈ, ਇਹਦੇ ਪਿੱਛੇ ਮੈਂਜ਼ਰੀਆ ਕੀ ਹੈ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਇਹਨਾਂ ਨੇ ਦੋ ਐਮਐਲਏ ਸਾਹਿਬਾਨ ਦੇ ਉੱਤੇ ਅਟੈਕ ਕੀਤਾ, ਦੋਨਾਂ ਬਾਰੇ ਕਮੈਂਟ ਕੀਤਾ। ਦੇਵ ਮਾਨ ਜੀ ਨਾਭਾ ਤੋਂ ਐਮਐਲਏ ਸਾਹਿਬ ਨੇ, ਔਰ ਸਾਡੇ ਉਗੋਕੇ ਸਾਹਿਬ ਜਿਹੜੇ ਕਿ ਭਦੌੜ ਤੋਂ। ਦੋਵੇਂ ਐਮਐਲਏ ਕੌਣ ਨੇ? ਐਸਸੀ ਭਾਈਚਾਰੇ ਤੋਂ। ਇਹ ਗੱਲ ਕਰਦੇ ਇੱਕ ਬਿਆਨ ਦੱਸ ਦਿਓ। ਇਹਨਾਂ ਨੇ ਕਿਹਾ ਕਿ ਇਹ ਦਲਿਤ ਕਾਰਡ ਖੇਡ ਰਹੇ ਨੇ। ਇਹ ਦਲਿਤ ਕਾਰਡ ਜਿਹੜਾ ਨਹੀਂ ਹੈਗਾ, ਲੇਕਿਨ ਤੁਸੀਂ ਇੱਕ ਚੀਜ਼ ਦੇਖੋ ਕਿ ਇਹਨਾਂ ਨੇ ਦੋਵੇਂ ਦਲਿਤ ਐਮਐਲਏ ਸਾਹਿਬਾਨ ਨੂੰ ਇਹਨਾਂ ਨੇ ਟਾਰਗੇਟ ਕੀਤਾ। ਮੈਂ ਕਹਿੰਦਾ ਕਿਸੇ ਹੋਰ ਬਾਤ ਨਹੀਂ ਕੀਤਾ। ਸੈਕੰਡ ਗੱਲ ਹੈ ਡਿਪਟੀ, ਦੇਖੋ ਮੈਂ ਆਉਂਗਾ, ਲੈਟ ਮੀ ਕੰਪਲੀਟ। ਤੁਸੀਂ ਬੋਲ ਰਹੇ ਸੀ, ਮੈਂ ਬਿਲਕੁਲ ਨਹੀਂ ਬੋਲਿਆ, ਤੁਸੀਂ ਹੁਣ ਸੁਣ ਲਓ। ਸੁਣਨ ਦਾ ਥੋੜਾ ਜਿਹਾ ਮੱਦ ਰੱਖੋ, ਕਿਉਂਕਿ ਇਹ ਦੋਵੇਂ ਹੀ ਐਸਸੀ ਸੀਗੇ, ਦੋਨਾਂ ਦੇ ਉੱਤੇ ਜਾਣਬੁੱਝ ਕੇ ਅਟੈਕ ਕੀਤਾ ਗਿਆ। ਡਿਪਟੀ ਸੀਐਮ ਦੇ ਤਾਂ ਦੱਸ ਦਿਓ। ਇਹ ਆਪਣੇ ਇਹਨਾਂ ਨੇ ਗੱਲ ਕੀਤੀ, ਸਟੈਂਡ ਕੀ ਹੈ ਤੁਹਾਡੇ ਐਮਐਲਏ ਸਾਹਿਬ ਨੇ ਗੱਲ ਕੀਤੀ ਕਿ ਇਹ ਦਲਿਤ ਹਿਤੈਸ਼ੀ ਕਾਂਗਰਸ ਸੀਗੀ। ਮੈਂ ਇੱਕ ਸਵਾਲ ਇਹਨਾਂ ਤੋਂ ਪੁੱਛਾਂਗਾ, ਨਹੀਂ ਦਲਿਤ ਡਿਪਟੀ ਸੀਐਮ ਬਣਨਾ ਚਾਹੀਦਾ ਸੀ ਕਿ ਨਹੀਂ? ਸੈਸ਼ਨ ਦੇ ਵਿੱਚ ਮੈਂ ਆਉਂਗਾ ਉਸ ਗੱਲ ਤੇ। ਇੱਕ ਜਿਹੜਾ ਸੈਸ਼ਨ ਚੱਲਿਆ ਸੀ, ਸੈਸ਼ਨ ਦੇ ਵਿੱਚ ਐਸਸੀ ਭਾਈਚਾਰੇ ਦੇ ਜਿਹੜੇ ਬੱਚਿਆਂ ਦੇ ਵਜ਼ੀਫੇ ਦੇ ਉੱਤੇ ਇੱਕ ਡਿਬੇਟ ਚੱਲੀ ਸੀ। ਪੂਰਾ ਦਿਨ ਰੱਖਿਆ ਗਿਆ ਸੀ, ਆਰਗੂਮੈਂਟਸ ਹੋ ਰਹੇ ਸੀਗੇ, ਸਵਾਲ ਜਵਾਬ ਹੋ ਰਹੇ ਸੀ, ਔਰ ਉਸ ਡਿਬੇਟ ਤੋਂ ਕਾਂਗਰਸ ਭੱਜ ਗਈ ਸੀਗੀ। ਔਰ ਮਾਨਯੋਗ ਸਪੀਕਰ ਸਾਹਿਬ ਬਾਰ-ਬਾਰ ਬੇਨਤੀਆਂ ਕਰ ਰਹੇ ਸੀ ਕਾਂਗਰਸ ਦੇ ਸਤਿਕਾਰਯੋਗ ਐਮਐਲਏ ਸਾਹਿਬਾਨ ਨੂੰ। ਮੈਂ ਇੱਕ ਹੋਰ ਚੀਜ਼ ਐਸਸੀ ਬੱਚਿਆਂ ਦੇ ਫਿਊਚਰ ਦੇ ਲਈ ਉਹਨਾਂ ਦੇ ਸਕਾਲਰਸ਼ਿਪ ਦੇ ਮੁੱਦੇ ਉੱਤੇ ਬਹੁਤ ਸਿਆਸਤ ਹੁੰਦੀ ਹੈ। ਦੋ ਪੁਆਇੰਟਸ ਦੱਸ ਦਿਓ। ਇੱਕ ਮੇਰੀ ਗੱਲ ਹੋ ਲੈਣ ਦਿਓ ਜੀ ਪਲੀਜ਼, ਮੇਰੀ ਗੱਲ ਹੋ ਲੈਣ ਦਿਓ। ਇਹਨਾਂ ਨੇ ਕਿਹਾ ਸੀ ਵੀ ਸਪੀਕਰ ਸਾਹਿਬ ਨੇ ਕਿਹਾ ਬਾਰ-ਬਾਰ ਕਿ ਤੁਸੀਂ ਆਓ ਆਪਾਂ ਬੈਠ ਕੇ ਚਰਚਾ ਕਰੀਏ, ਬੈਠ ਕੇ ਗੱਲ ਕਰੀਏ, ਲੇਕਿਨ ਇਹਨਾਂ ਨੇ ਵਾਕਆਊਟ ਕੀਤਾ ਉੱਥੋਂ। ਇਹਨਾਂ ਨੇ ਵਾਕਆਊਟ ਕੀਤਾ ਔਰ ਇਹਨਾਂ ਨੇ ਦਿਖਾਤਾ ਕਿ ਜਿਹੜੇ ਕਾਂਗਰਸ ਹੈਗੇ ਇਹ ਨਹੀਂ ਚਾਹੁੰਦੇ ਸੀ ਕਿ ਦਲਿਤਾਂ ਦੇ ਬੱਚੇ ਪੜ ਜਾਂਦੇ, ਨਹੀਂ ਚਾਹੁੰਦੇ ਸੀ ਕਿ ਦਲਿਤਾਂ ਦੇ ਬੱਚੇ ਕੁਝ ਬਣ ਕੇ ਅਫਸਰ ਬਣ ਜਾਣ, ਨਹੀਂ ਚਾਹੁੰਦੇ ਸੀ ਕਿ ਦਲਿਤਾਂ ਦੇ ਬੱਚੇ ਜਿਹੜੇ ਅੱਗੇ ਆਉਣ। ਜਿਹੜੀ ਗੱਲ ਮੈਂ ਕਹਿ ਰਿਹਾ ਜਿਹੜੀ ਇਹ ਗੱਲ ਡਿਪਟੀ ਸੀਐਮ ਦੀ ਕਰ ਰਹੇ ਨੇ, ਸਾਰੇ ਆਮ ਆਦਮੀ ਪਾਰਟੀ ਨੇ, ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੇ, ਮਾਨਯੋਗ ਭਗਵੰਤ ਮਾਨ ਸਾਹਿਬ ਨੇ, ਦੋਨਾਂ ਨੇ ਇਹ ਪੂਰੀ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਡਿਪਟੀ ਸੀਐਮ ਜਿਹੜਾ ਹੈਗਾ ਉਹ ਦਲਿਤ ਭਾਈਚਾਰੇ ਦਾ ਬਣਾਏਗੀ। ਠੀਕ ਹੈ, ਹਲੇ ਸਿਰਫ ਸਰਕਾਰ ਨੂੰ 14 ਮਹੀਨੇ ਹੋਏ ਨੇ। 2027 ਤੱਕ ਦੇ ਵਿੱਚ ਤੇ ਹੈਗੇ ਨਾ, ਜੋ ਕਾਊਂਟਿੰਗ ਜੋ ਨੰਬਰਿੰਗ 92 ਸਾਡੇ ਕੋਲ ਆਈ ਹੈ 2027 ਤੱਕ ਹੈਗੇ ਆ।
ਮੈਂ ਤੁਹਾਨੂੰ ਐਸ਼ੋਰੈਂਸ ਦੇਣਾ ਤੁਹਾਡੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਇਸ ਟੇਬਲ ਤੇ ਸਾਰੇ ਪੰਜਾਬ ਸੁਣ ਰਿਹਾ, ਸਾਰਾ ਦੇਸ਼ ਸੁਣ ਰਿਹਾ ਕਿ ਆਮ ਆਦਮੀ ਪਾਰਟੀ ਆਪ ਦੀ ਜਿਹੜੀ ਗੱਲ ਜੋ ਭਾਵੇਂ ਮੈਨੀਫੈਸਟੋ ਦੇ ਵਿੱਚ ਲੈ ਕੇ ਆਈ ਹੈ ਪੂਰਾ ਕਰ ਦਿਓ। ਡਿਪਟੀ ਸੀਐਮ ਆਮ ਆਦਮੀ ਪਾਰਟੀ ਦੇ ਵਿੱਚ ਐਸਸੀ ਭਾਈਚਾਰੇ ਤੋਂ ਹੋਵੇਗਾ। ਤੁਹਾਡੇ ਸਾਹਮਣੇ ਤੱਕ ਦੇਖੋ ਇਹ ਪੈਰੋਗੇਟਿਵ ਇਸ ਗੱਲ ਦਾ ਜਵਾਬ ਦੇਣ ਦਾ ਅਧਿਕਾਰ ਸਿਰਫ ਮਾਨਯੋਗ ਸੀਐਮ ਸਾਹਿਬ ਕੋਲ ਹੈ। ਆਈ ਐਮ ਨਾਟ ਦਾ ਸੀਐਮ। ਚਲੋ ਠੀਕ ਹੈ, ਜ਼ਰੂਰ ਦੇਣਗੇ। ਮੈਂ ਜਿਹੜੀ ਗੱਲ ਕਰ ਰਿਹਾ ਕਿ ਸਟੇਟ ਆਫ ਦੀ ਆਏਗਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਇਸੇ ਸਰਕਾਰ ਦੇ ਵਿੱਚ ਇਸੇ ਸਰਕਾਰ ਦੇ ਵਿੱਚ ਆਏਗਾ ਔਰ ਦਲਿਤ ਭਾਈਚਾਰਾ ਖੜਿਆਲ ਸਾਹਿਬ ਛੋਟਾ ਰੱਖਿਓ ਜੀ। ਸਟੇਟ ਆਫ ਦੀ ਆਰਟ ਡਾਕਟਰ ਅੰਬੇਦਕਰ ਮਿਊਜ਼ੀਅਮ ਜਿਹੜਾ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਿੱਚ ਬੰਨਾ ਸੀਗਾ, ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨੂੰ ਰੋਕਿਆ ਜਾਂ ਨਹੀਂ? ਪਹਿਲਾ ਸਵਾਲ। ਦੂਜਾ ਸਵਾਲ, ਜਿਹੜਾ ਆਮ ਆਦਮੀ ਪਾਰਟੀ ਨੇ ਗ੍ਰਾਂਟ ਕੀ ਵਾਪਸ ਬੁਲਾਈ ਹੈ 25 ਕਰੋੜ ਰੁਪਏ ਦੀ ਜਾਂ ਨਹੀਂ ਬੁਲਾਈ, ਜਿਹੜੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਲਈ ਗ੍ਰਾਂਟ ਦਿੱਤੀ ਗਈ ਸੀ ਕਾਂਗਰਸ ਪਾਰਟੀ ਦੇ ਰਜੀਮ ਦੇ ਵਿੱਚ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਗੱਲ ਦੱਸੇ ਕਿ 25 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਤੁਸੀਂ ਵਾਪਸ। ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ। ਮੈਂ ਟਾਂਡਾ ਜੀ ਦਾ ਔਰ ਜੈਬੰਸ਼ ਜੀ ਦਾ ਰੁਕ ਕਰਨਾ। ਦਈਆ ਜੀ ਸਰ 25 ਕਰੋੜ ਰੁਪਏ ਦੀ ਗ੍ਰਾਂਟ ਹੈ। ਤੁਸੀਂ ਆਪ ਪੂਰੇ ਪੰਜਾਬ ਨੇ ਦੇਖਿਆ ਕਿ 25 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈਗੀ ਆ ਉਹ ਡੇਰਾ ਬੱਲਾ ਸਾਹਿਬ ਜਾ ਕੇ ਦੇ ਕੇ ਆਏ ਨੇ। ਸੈਕੰਡ ਗੱਲ ਹੈ, ਜੇ ਅਸੀਂ ਦਲਿਤ ਵਿਰੋਧੀ ਹੁੰਦੇ, ਜੇ ਪਾਰਟੀ ਦੀ ਐਕਟੀਵਿਟੀਜ਼ ਦਲਿਤ ਵਿਰੋਧੀ ਹੁੰਦੀ, ਜੇ ਪਾਰਟੀ ਦੀ ਸੋਚ ਆਈਡੀਓਲੋਜੀ ਜਾਂ ਪਾਰਟੀ ਦੀ ਕੋਈ ਵੀ ਡਿਸੀਜਨ ਦਲਿਤ ਵਿਰੋਧੀ ਹੁੰਦਾ ਤਾਂ ਜਲੰਧਰ ਦੀ ਜਿਹੜੀ ਸੀਟ ਜਿਹੜੀ ਕਿ 25 ਸਾਲ ਤੋਂ ਇਹਨਾਂ ਦੇ ਕਬਜ਼ੇ ਦੇ ਵਿੱਚ ਸੀ ਔਰ ਐਸਸੀ ਸੀਟ ਸੀ ਔਰ ਇਹਨਾਂ ਦਾ ਗੜ੍ਹ ਸੀਗਾ ਔਰ ਉਸ ਗੜ੍ਹ ਦੇ ਵਿੱਚ ਦਲਿਤ ਭਾਈਚਾਰੇ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ, ਕਰੀਬ 60,000 ਵੋਟ ਦੇ ਉੱਤੇ ਜਿੱਤੇ। ਇਹ ਸਾਬਤ ਕਰਦੀ ਹੈ ਕਿਉਂਕਿ ਪੰਜਾਬ ਦਾ ਦਲਿਤ ਜਿਹੜਾ ਭਾਈਚਾਰਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਨਾਲ ਖੜਾ, ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਰੱਖਦਾ। ਠੀਕ ਹੈ, ਮੈਂ ਜੈਬੰਸ਼ ਜੀ ਟਾਂਡਾ ਸਾਹਿਬ ਦਾ ਇੱਕ ਵਾਰ ਮਿਊਜ਼ੀਅਮ ਦਾ ਫਾਊਂਡੇਸ਼ਨ ਸਟੋਨ ਠੀਕ ਹੈ, ਮੈਂ ਖੜਿਆਲ ਸਾਹਿਬ ਆਉਂਗਾ ਤੁਹਾਡੇ ਕੋਲ ਵਾਪਸ ਨਾ। ਮੈਂ ਇੱਕ ਵਾਰੀ ਟਾਂਡਾ ਜੀ ਦਾ ਰੁਕ ਕਰ ਲਵਾਂ। ਟਾਂਡਾ ਸਾਹਿਬ ਦੇਖੋ, ਬੀਜੇਪੀ ਦੀ ਜਿਹੜੀ ਵੋਟ ਇਸ ਪੂਰੀ ਡਿਬੇਟ ਦੇ ਵਿੱਚ ਹੈ ਜਾਂ ਕਹੀਏ ਕਿ ਇਤਰਾਜ਼ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਵਾਲਾ ਹੈਗਾ ਏ ਪ੍ਰਤਾਪ ਬਾਜਵਾ ਦੇ ਉੱਤੇ। ਕੀ ਤੁਹਾਨੂੰ ਇਹ ਪੂਰਾ ਦਲਿਤ ਵਿਰੋਧੀ ਕੋਈ ਸਟੇਟਮੈਂਟ ਨਜ਼ਰ ਆ ਰਹੀ ਹੈ? ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਉਹਨਾਂ ਵਿਧਾਇਕਾਂ ਨੂੰ ਚੁਣਿਆ ਗਿਆ ਜਿਹੜੇ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ, ਜਾਣਬੁੱਝ ਕੇ ਚੁਣਿਆ ਗਿਆ, ਇਸ ਕਰਕੇ ਦਲਿਤ ਵਿਰੋਧੀ ਹੈ। ਬੀਜੇਪੀ ਦੇ ਬੁਲਾਰਾ ਜੀ ਨੇ ਬੜੇ ਸੁਲਝੇ ਹੋਏ ਆ, ਪਤਾ ਨਹੀਂ ਕਿਸ ਨੀਅਤ ਦੇ ਨਾਲ ਇਹ ਗੱਲ ਕਹੀ ਹੈ ਜੀ। ਜਦ ਬੀਜੇਪੀ ਤੇ ਅਟੈਕ ਹੁੰਦਾ ਸੀਗਾ ਰਾਸ਼ਟਰਪਤੀ ਜੀ ਨੂੰ ਲੈ ਕੇ, ਇਸੇ ਕਿਸਮ ਦੀ ਸਿਆਸਤ ਖੇਡੀ ਜਾ ਰਹੀ ਸੀ, ਮੈਂ ਤਾਂ ਉਦੋਂ ਵੀ ਬੀਜੇਪੀ ਦੇ ਹੱਕ 'ਚ ਖੜਿਆ ਸੀ। ਮੇਰੇ ਤੇ ਕਮੈਂਟਸ ਵੀ ਆਮ ਆਦਮੀ ਪਾਰਟੀ ਨੇ ਕੀਤੇ, ਪਤਾ ਨਹੀਂ ਰਲ ਗਏ। ਮੈਂ ਪ੍ਰਿੰਸੀਪਲ ਸਟੈਂਡ ਲੈਣਾ। ਮੈਂ ਖੰਡਿਆਲ ਸਾਹਿਬ ਤੇ ਇਤਰਾਜ਼ ਕਰਦਾ। ਖੰਡਿਆਲ ਸਾਹਿਬ, ਤੁਸੀਂ ਕਿਹਾ ਨਾ ਕਿ ਇਹਨਾਂ ਨੇ ਐਕਸ਼ਨ ਨਹੀਂ ਲਿਆ, ਤੁਸੀਂ ਕਰੈਕਟ ਕਰੋ, ਇਹਨਾਂ ਨੇ ਐਕਸ਼ਨ ਲਿਆ। ਉਹਦੇ ਰਿਸ਼ਤੇਦਾਰਾਂ ਤੇ ਪਰਚੇ ਰਜਿਸਟਰ ਕਰਾਤੇ ਕਟਾਰੂ ਚੱਕ ਜੀ। ਇਹਨਾਂ ਨੇ ਇੱਕ ਹੋਰ ਐਕਸ਼ਨ ਲਿਆ। ਹਾਂਜੀ, ਪਰਚੇ ਰਜਿਸਟਰ ਕਰਾਤੇ ਜੀ ਉਹਦੇ ਰਿਸ਼ਤੇਦਾਰਾਂ ਤੇ ਵਿਚਾਰਿਆਂ ਦੇ ਤੇ ਵਿਕਟਿਮ ਦੇ ਤੇ। ਕਿੰਨਾ ਵੱਡਾ ਐਕਸ਼ਨ ਲਿਆ ਦੇਖੋ ਤੁਸੀਂ, ਕਿੰਨੇ ਇਹ ਇਸ ਪੱਖੀ ਹੈ ਦਲਿਤਾਂ ਦੇ। ਤੇ ਜਿਹੜੀ ਆਮ ਆਦਮੀ ਪਾਰਟੀ ਸਿਲੈਕਟਿਵਲੀ ਗੱਲ ਕਰਦੀ ਹੈ ਹਮੇਸ਼ਾ, ਅਸੀਂ ਜਲੰਧਰ ਜਿੱਤ ਗਏ, ਫਿਰ ਇਸ ਲੈਵਲ ਤੇ ਨੈਸ਼ਨਲ ਪੋਲਿਟਿਕਸ ਤੁਸੀਂ ਬੋਲਿਆ ਨਾ ਕਰੋ। ਫਿਰ ਤਾਂ ਬੀਜੇਪੀ ਜਿੱਤ ਰਹੀ ਹੈ, ਹਰ ਕਿਤੇ ਜਿੱਤ ਰਹੀ ਹੈ, ਤੁਹਾਡੇ ਦਿੱਲੀ 'ਚ ਜਿੱਤ ਜਾਂਦੀ ਹੈ, ਫਿਰ ਤੁਸੀਂ ਕਿਉਂ ਅਟੈਕ ਕਰਦੇ ਹੋ? ਗੱਲ ਇਹ ਹੈ ਕਿ ਤੁਸੀਂ ਕਿੰਨੇ ਹੋਛੇ ਤੇ ਛੋਟੇ ਹੋ ਗਏ। ਗੱਲ ਇਹ ਹੈ ਕਿ ਤੁਹਾਡੇ ਜਿਹੜੇ ਕਰੌਪ ਆਈ ਹੈ 92 ਦੀ, ਬੁਰਾ ਨਾ ਮਨਾਈਓ, ਹੁਣ ਮੈਂ 92 ਬਾਰੇ ਕਹਿ ਰਿਹਾ, ਮੈਂ ਕਿਸੇ ਬਾਰੇ ਨਹੀਂ ਕਹਿ ਰਿਹਾ। ਉਹ ਕਰੌਪ ਬੜੇ ਹਲਕੇ ਬੰਦਿਆਂ ਦੀ ਹੈ ਐਂਡ ਉਹ ਕਰੌਪ ਦੇ ਵਿੱਚ ਸਿੰਗਲਾ ਸਾਹਿਬ ਵੀ ਹੈ, ਉਸੇ 'ਚ ਕਟਾਰੂ ਚੱਕ ਸਾਹਿਬ ਵੀ ਹੈ, ਉਸੇ 'ਚ ਫਰਾਰੀ ਸਾਹਿਬ ਜੀ ਹੈ, ਉਹਦੇ ਵਿੱਚ ਤੁਹਾਡੇ ਜਲਾਲਾਬਾਦ ਦੇ ਮਹਾਪੁਰਖ ਵੀ ਹੈਗੇ। ਕਹਾਣੀ ਇਹ ਹੈ ਕਿ ਕਮੈਂਟ ਜਿਹੜਾ ਇਸ ਸੰਦਰਭ 'ਚ ਦੇਖੋ, ਇਹਨੂੰ ਤੁਸੀਂ ਜਿਹੜਾ ਕਹਿ ਦਿਓ ਉਹਦੇ ਤੇ ਅਟੈਕ ਕਰਦੇ ਹੋ। ਤੁਸੀਂ ਜਵਾਬ ਜਿਹੜਾ ਉਹਨਾਂ ਨੇ ਕਿਹਾ ਉਹ ਦਿਓ ਕਿ ਕੇਜਰੀਵਾਲ ਸਾਹਿਬ ਹੁਣ ਇੰਨੇ ਕਰੋੜਾਂ ਦੇ ਬੰਗਲੇ 'ਚ ਜਾਂਦੇ, ਹੁਣ ਫਲੈਟ 'ਚ ਕਿਉਂ ਨਹੀਂ? ਮਾਨ ਸਾਹਿਬ ਜੋ ਕਹਿੰਦੇ ਸੀ, ਦੂਜਿਆਂ ਤੇ ਅਟੈਕ ਕਰਦੇ ਸੀ ਕਿ ਸਿਕਿਉਰਿਟੀ ਜੇ ਇੰਨੀ ਲੈਣੀ ਹੈ ਤਾਂ ਤੁਸੀਂ ਪੋਲਟਰੀ ਫਾਰਮ ਖੋਲੋ, ਡੈਰੀ ਫਾਰਮ। ਛੋਟੀ ਜਿਹੀ ਸਟੇਟਮੈਂਟ ਦੇਖੋ, ਤੁਸੀਂ ਬਹੁਤ ਤਰੀਕੇ ਨਾਲ ਗੱਲ ਰੱਖੀ ਹੈ, ਬਹੁਤ ਸਾਫ਼ ਸ਼ਬਦਾਂ ਦੇ ਵਿੱਚ। ਪਰ ਸਵਾਲ ਇਹ ਹੈ ਕਿ ਪ੍ਰਤਾਪ ਬਾਜਵਾ ਜਦੋਂ ਬੋਲਦੇ ਨੇ, ਜਦੋਂ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਇੱਕ ਮੋਬਾਈਲ ਚਾਰਜਰ ਵਾਲਾ ਸਾਡੇ ਨਾਲ ਬੈਠ ਰਿਹਾ ਹੈ, ਤਾਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਉਸ ਨੂੰ ਸਮਝਦਾ ਜੀ ਕਿ ਅਵੋਇਡੇਬਲ ਹੈ, ਨਹੀਂ ਹੋਣੀ ਚਾਹੀਦੀ। ਜਿਵੇਂ ਭਗਵੰਤ ਮਾਨ ਜੀ ਸੁਖਬੀਰ ਬਾਦਲ ਜੀ ਨੂੰ ਕਹਿੰਦੇ ਹੱਕ ਪੈ ਗਈ ਇਹਨੂੰ। ਠੀਕ ਹੈ, ਜਿਹੜੇ ਜਿਸ ਕਿਸਮ ਦੇ ਵਰਡਸ ਮੈਂ ਟਾਂਡਾ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ ਇਸ ਸਮੇਂ। ਮੈਂ ਮਾਫੀ ਚਾਹੁੰਦਾ, ਥੋੜਾ ਜਿਹਾ ਵਿਚਾਲੇ ਰੋਕਦੇ, ਥੋੜਾ ਜਿਹਾ ਇੱਕ ਵਾਰੀ ਆਪਾਂ ਮੈਂ ਚਰਚਾ ਨੂੰ ਅੱਗੇ ਵਧਾਉਣਾ। ਸਾਡੇ ਨਾਲ ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਜੀ ਜੁੜ ਰਹੇ ਨੇ, ਲੀਡਰ ਆਫ ਆਪੋਜੀਸ਼ਨ, ਕਾਂਗਰਸ ਦੇ ਵੱਡੇ ਲੀਡਰ ਨੇ। ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਤੁਹਾਡੀ ਸਟੇਟਮੈਂਟ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਬਹੁਤ ਇਤਰਾਜ਼ ਹੈ। ਕਹਿੰਦੇ ਤੁਸੀਂ ਜਾਣਬੁੱਝ ਕੇ ਦੋ ਅਜਿਹੇ ਵਿਧਾਇਕਾਂ ਨੂੰ ਚੁਣਿਆ, ਇੱਕ
ਨਾਭੇ ਤੋਂ ਆਉਂਦੇ ਨੇ, ਇੱਕ ਭਦੌੜ ਤੋਂ ਆਉਂਦੇ ਨੇ ਕਿ ਇਹ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ, ਤੁਸੀਂ ਜਾਣਬੁੱਝ ਕੇ ਉਹਨਾਂ ਨੂੰ ਟਾਰਗੇਟ ਕੀਤਾ? ਤੁਸੀਂ ਗੌਰਵ ਜੀ ਇਹਨਾਂ ਗੱਲਾਂ ਨੂੰ ਛੱਡੋ ਸਾਰੀਆਂ ਨੂੰ। 5ਵੇਂ ਦਿਨ ਇਹਨਾਂ ਨੂੰ ਚੇਤੇ ਆਂਦਾ ਕੇਜਰੀਵਾਲ ਦੇ ਕਹਿਣ ਤੇ, 5ਵੇਂ ਦਿਨ ਇਹਨਾਂ ਨੂੰ ਯਾਦ ਆਇਆ। 1 ਤਰੀਕ ਦੀ ਗੱਲ ਹੋਈ, 5 ਤਰੀਕ ਨੂੰ ਯਾਦ ਆਈ ਹੈ। ਤੇ ਮੈਂ ਪਰਸੋਂ ਜੀ 12:15 ਵਜੇ ਕਾਂਗਰਸ ਭਵਨ ਹਰ ਗੱਲ ਦਾ ਜਵਾਬ ਦੇਵਾਂਗੇ ਇਹਨਾਂ ਦੀ ਜੀ। ਬਕਾਇਦਾ ਤੌਰ ਕੇਜਰੀਵਾਲ ਦੇ ਕਹਿਣ ਤੇ ਹਰਪਾਲ ਚੀਮਾ ਬੋਲਿਆ, 5 ਦਿਨ ਤੇ ਬੋਲੇ ਨਹੀਂ ਹੈ। ਹੁਣ ਇਹਨਾਂ ਨੂੰ ਚੇਤੇ ਆਈ ਹੈ ਜੀ। ਹੱਥ ਟੋਕਾ ਬਣਨ ਦੀ ਕੋਸ਼ਿਸ਼ ਕਰਦੇ, ਕੋਈ ਗੱਲ ਨਹੀਂ, ਮੈਂ ਪਰਸੋਂ ਗੱਲ ਕਰਾਂਗਾ। ਇਹ ਸਾਰੀ ਗੱਲ ਜਿਹੜੀ ਹੈ ਸਾਫ਼ ਕਰਾਂਗਾ ਲੋਕਾਂ ਦੀ। ਇਹ ਬਕਾਇਦਾ ਜੋ ਵੀ ਇਹਨਾਂ ਨੇ ਗੱਲ ਕਹੀ 12:15 ਵਜੇ। ਬਾਜਵਾ ਸਾਹਿਬ, ਤੁਹਾਡੀ ਸਟੇਟਮੈਂਟ ਡੈਰੋਗੇਟਰੀ ਲੱਗ ਰਹੀ ਹੈ ਆਮ ਆਦਮੀ ਪਾਰਟੀ ਨੂੰ। ਹਾਂਜੀ, ਤੁਹਾਡੀ ਸਟੇਟਮੈਂਟ ਡੈਰੋਗੇਟਰੀ ਲੱਗ ਰਹੀ ਹੈ ਕਿ ਤੁਹਾਨੂੰ ਇਹ ਲੱਗ ਰਿਹਾ ਕਿ ਇੱਕ ਆਮ ਸ਼ਖਸ ਆ ਕੇ ਐਮਐਲਏ ਬਣ ਗਿਆ, ਮੋਬਾਈਲ ਰਿਪੇਅਰ ਵਾਲਾ। ਜੀ ਹਰ ਗੱਲ ਦਾ ਜਵਾਬ ਮੈਂ ਤੁਹਾਡੀ ਦਾ ਇੱਥੇ ਨਹੀਂ ਦੇਣਾ। ਮੈਂ 12:15 ਵਜੇ ਪ੍ਰੈਸ ਕਾਨਫਰੰਸ ਕਰਾਂਗਾ, ਹਰ ਚੀਜ਼ ਸਾਹਮਣੇ ਰੱਖਾਂਗੇ, ਤੁਹਾਡੇ ਸਾਰੇ ਸਵਾਲ ਲਵਾਂਗਾ। ਕੋਈ ਇਹਨਾਂ ਵਰਗਾ ਮੈਂ ਨਹੀਂ ਕਿ ਜਿਹਨੂੰ 5ਵੇਂ ਦਿਨ ਗੱਲ ਸੋਚੇਗੀ। ਮੌਕੇ ਤੇ ਮੈਂ ਗੱਲ ਕਰਾਂਗਾ, ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗਾ। ਚਲੋ ਤੁਸੀਂ ਕਿਉਂਕਿ ਸਿੱਧਾ ਹੁਕਮ ਕੇਜਰੀਵਾਲ ਦਾ ਹੋਇਆ ਦਿੱਲੀ ਤੋਂ, 5ਵੇਂ ਦਿਨ ਇਹਨੂੰ ਯਾਦ ਆਇਆ ਹਰਪਾਲ ਸਿੰਘ ਜੀ ਨੂੰ। ਚਲੋ ਬਾਜਵਾ ਸਾਹਿਬ ਇੱਕ ਸਟੇਟਮੈਂਟ ਦੇ ਜੋ ਤੁਸੀਂ, ਤੁਹਾਡੀ ਪ੍ਰੈਸ ਕਾਨਫਰੰਸ ਦਾ ਇੰਤਜ਼ਾਰ ਰਹੇਗਾ। ਬੇਸਿਕਲੀ ਇੱਕ ਹੈਵੀ ਵੇਟ ਪ੍ਰੈਸ ਕਾਨਫਰੰਸ ਕਰਨ ਦੀ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਆਪਣੇ ਦਲਿਤ ਮੰਤਰੀ ਤੇ ਐਮਐਲਏਜ਼ ਦੇ ਨਾਲ। ਦਲਿਤ ਵਿਰੋਧੀ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। 12:15 ਵਜੇ ਪਰਸੋਂ ਇੰਤਜ਼ਾਰ ਕਰੋ, ਸਾਰੀ ਗੱਲ ਇਹਨਾਂ ਦੀ ਜਿੰਨੀ ਹੈ, ਇਹਨਾਂ ਦਾ ਸਾਰੀਆਂ ਗੱਲਾਂ ਦਾ ਜਵਾਬ ਮੈਂ ਉੱਥੇ ਦਾ। ਚਲੋ ਸ਼ੁਕਰੀਆ ਸਰ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਦਈਆ ਜੀ, ਤੁਹਾਡੀਆਂ ਗੱਲਾਂ ਦਾ ਕਹਿੰਦੇ ਕਿ ਕਿਉਂਕਿ ਜ਼ਰੂਰੀ ਹੈ ਤੁਹਾਡਾ ਇੱਥੇ ਸਟੇਟਮੈਂਟ, ਉਹ ਕਹਿੰਦੇ ਕਿ ਤੁਹਾਨੂੰ 5ਵੇਂ ਦਿਨ ਜਾ ਕੇ ਯਾਦ ਆਇਆ ਕਿ ਦੇਖੋ ਪ੍ਰਤਾਪ ਬਾਜਵਾ ਨੇ ਗਲਤ ਬੋਲ ਦਿੱਤਾ ਸੀ, ਫਿਰ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਮਾਮਲਾ 1 ਤਰੀਕ ਦਾ, ਤੁਸੀਂ 5 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਨਾ ਹੈ। ਦੇਖੋ ਜਿਸ ਦਿਨ ਇਹ ਸਟੇਟਮੈਂਟ ਆਈ ਹੈ ਜੀ, ਤੁਸੀਂ ਵੇਖਿਆ ਹੋਣਾ ਕਿ ਭਦੌੜ ਤੋਂ ਇੱਕ ਉੱਥੋਂ ਦੇ ਵੋਟਰ ਸਾਹਿਬਾਨ ਨੇ ਬਹੁਤ ਜਿਹੜੀ ਹੈਗੀਆਂ ਆਪਦੀ ਇੱਕ ਵੀਡੀਓ ਜਾਰੀ ਕੀਤੀ ਹੈ। ਉਹਨਾਂ ਨੇ ਲਾਈਵ ਹੋ ਕੇ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਨੇ ਬਾਜਵਾ ਸਾਹਿਬ ਨੇ ਇਹ ਗੱਲ ਇਹ ਸਿਰਫ ਲਾਭ ਸਿੰਘ ਉਗੋਕੇ ਵਾਸਤੇ ਨਹੀਂ ਕਹੀ। ਇਹ ਜਿਹੜੇ ਸ਼ਬਦ ਨੇ ਇਹ ਭਦੌੜ ਦੇ ਹਲਕੇ ਦੇ ਹਰ ਇੱਕ ਵੋਟਰ ਸਾਹਿਬਾਨ ਦੇ ਲਈ ਕਹੇ ਗਏ ਨੇ, ਕਿਉਂਕਿ ਭਦੌੜ ਨੂੰ ਰਿਪਰੈਜ਼ੈਂਟ ਕਰਦੇ ਨੇ ਭਦੌੜ ਦੇ ਕਰੀਬ 2 ਲੱਖ ਵੋਟਰਾਂ ਦੇ। ਜੀ, ਇਹ सम्मान ਦੀ ਗੱਲ ਸੀ। ਔਰ ਸੈਕੰਡ ਗੱਲ, ਜਿੱਥੋਂ ਤੱਕ ਇਹ ਕਹਿ ਰਹੇ ਨੇ ਕਿ ਇਹਨਾਂ ਨੇ 5 ਦਿਨ ਲਾਏ। ਜੀ, ਸਰਕਾਰ ਕੋਈ ਵੀ ਸਟੈਪ ਲੈ ਰਹੀ ਹੈ ਸੋਚ ਸਮਝ ਕੇ ਲੈ ਰਹੀ ਹੈ। ਇਹਨਾਂ ਦੇ ਬਿਆਨ ਦੀ ਸਮੀਖਿਆ ਹੋਈ ਹੈ ਔਰ ਅੱਜ ਤੁਸੀਂ ਦੇਖਿਆ ਹੋਣਾ ਮਾਨਯੋਗ ਚੀਮਾ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਕਾਨੂੰਨੀ ਮਾਹਰਾਂ ਦੀ ਰਾਏ ਲਵਾਂਗੇ ਔਰ ਜੋ ਵੀ ਲੀਗਲ ਰੈਮੇਡੀ ਸਾਡੇ ਕੋਲ ਅਵੇਲ ਬਣੇਗੀ ਇਹਨਾਂ ਦੇ ਅਗੇਂਸਟ ਉਹ ਅਸੀਂ ਲਵਾਂਗੇ। ਸੈਕੰਡ ਲੈਟ ਮੀ ਕੰਪਲੀਟ। ਅੱਜ ਅਲਟੀਮੇਟਮ 1 ਹਫ਼ਤੇ ਦਾ ਦਿੱਤਾ ਗਿਆ। ਜੀ, ਬਾਜਵਾ ਸਾਹਿਬ ਨੇ ਹੁਣ ਤਾਂ ਆਪਣੇ ਚੈਨਲ ਦੇ ਉੱਤੇ, ਤੁਹਾਡੇ ਚੈਨਲ ਤੇ ਹੁਣੇ ਗੱਲ ਕੀਤੀ। ਬਾਜਵਾ ਸਾਹਿਬ ਨੇ ਕੀ ਕਿਹਾ ਕਿ ਮੈਂ 12:15 ਵਜੇ ਪ੍ਰੈਸ ਕਾਨਫਰੰਸ ਕਰਾਂਗਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਬਾਜਵਾ ਸਾਹਿਬ ਨੂੰ ਰਿਅਲਾਈਜ਼ ਹੋ ਚੁੱਕਿਆ ਜੀ ਕਿ ਮੈਂ ਜੋ ਸ਼ਬਦ ਕਹੇ ਸੀ ਉਹ ਗਲਤ ਨੇ ਔਰ ਮੇਰੇ ਮੂੰਹੋਂ ਨਿਕਲ ਗਿਆ। ਹੁਣ ਉਹ ਉਸ ਨੂੰ ਇੱਕ ਉਹਨਾਂ ਸ਼ਬਦਾਂ ਨੂੰ ਹੁਣ ਇੱਕ ਕਿਸੇ ਤਰੀਕੇ ਨਾਲ, ਜੇ ਤਾਂ ਇਹ ਪ੍ਰੈਸ ਕਾਨਫਰੰਸ ਅੱਜ ਆਮ ਆਦਮੀ ਪਾਰਟੀ ਦੀ ਦੁਪਹਿਰੇ 3 ਵਜੇ ਹੋਈ ਹੈ, ਤੁਸੀਂ ਕਹਿ ਰਹੇ ਹੋ ਕਿ 2 ਘੰਟੇ ਬਾਅਦ ਪ੍ਰੈਸ ਕਾਨਫਰੰਸ ਕਰ ਦਿੰਦੇ? 2 ਘੰਟੇ ਬਾਅਦ ਕਰ ਦਿੰਦੇ, ਸ਼ਾਮ ਤੱਕ ਕਰ ਦਿੰਦੇ, ਅੱਜ ਕਰ ਦਿੰਦੇ। ਲੇਕਿਨ ਇਹਨਾਂ ਨੇ ਟਾਈਮ ਲਿਆ। ਟਾਈਮ ਕਿਉਂ ਲਿਆ? ਕਿਉਂਕਿ ਇਹ ਸੋਚਣਗੇ ਉਸ ਕਹਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨਗੇ। ਆਦਤ ਤੋਂ ਮਜਬੂਰ ਨੇ। ਜੀ, ਚਲੋ ਮੈਂ ਸਟੇਟਮੈਂਟ ਲੈ ਲਵਾਂ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਠੀਕ ਹੈ, ਕੰਪਲੀਟ ਕਰ ਲਓ ਤੁਸੀਂ। ਮੈਂ ਜੈਬਾਨ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਮੇਰੇ ਬੜੇ ਸਤਿਕਾਰਯੋਗ ਨੇ ਹਰੀਸ਼ ਰਾਏ ਟਾਂਡਾ ਜੀ। ਔਰ ਵੈਸੇ ਵੀ ਇਹ ਸਾਡਾ ਕੋਇਨਸੀਡੈਂਸ ਹੈ ਵੀ ਜਦੋਂ ਵੀ ਮੈਂ ਲਾਈਵ ਡਿਬੇਟ ਤੇ ਆਇਆ ਤੇ ਮੇਰੇ ਸਾਹਮਣੇ ਟਾਂਡਾ ਸਾਹਿਬ ਵੀ ਆਏ ਨੇ, ਮੈਂ ਬੜੀ ਰਿਸਪੈਕਟ ਕਰਦਾ, ਮੇਰੇ ਭਰਾ ਨੇ। ਇਹਨਾਂ ਨੇ ਗੱਲ ਕੀਤੀ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਦੇ ਉੱਤੇ। ਸੀਐਮ ਸਾਹਿਬ ਅੱਜ ਵੀ ਆਮ ਆਦਮੀ, ਕੱਲ ਵੀ ਸੀਗੇ ਔਰ ਜਦੋਂ 2 ਵਾਰ ਐਮਪੀ ਬਣੇ ਨੇ ਉਦੋਂ ਵੀ ਆਮ ਆਦਮੀ ਸੀਗੇ। ਤੁਸੀਂ ਇੱਕ ਚੀਜ਼ ਨੋਟ ਕਰੋ, ਪਿੱਛੇ सेंट्रल गवर्नमेंट ने मैं डीले ना हो जाइए ਆਪਾਂ ਹੋਰ ਟੌਪਿਕ ਤੇ ਮੇਰੀ ਗੱਲ ਮੈਂ ਕੰਪਲੀਟ ਕਰ ਲਵਾਂ 10 ਸੈਕਿੰਡ ਦੇ ਵਿੱਚ ਗੱਲ ਮੈਂ 10 ਸੈਕਿੰਡ ਦੇ ਵਿੱਚ ਗੱਲ ਕਰੂੰਗਾ ਫਿਰ ਡਿਬੇਟ ਮੋਦੀ ਹੋਰ ਪਾਸੇ ਚਲੀ ਜਾਏਗੀ। ਦੇਖੋ ਸੈਂਟਰਲ ਗਵਰਨਮੈਂਟ ਨੇ ਇੱਕ ਆਫਰ ਕੀਤੀ ਵੀ ਸੀਐਮ ਮਾਨ ਨੂੰ ਜ਼ੈਡ ਸਿਕਿਉਰਿਟੀ ਦਿੱਤੀ ਜਾਂਦੀ ਹੈ, ਠੀਕ ਹੈ। ਔਰ ਤੁਸੀਂ ਇੱਕ ਚੀਜ਼ ਦੇਖੋ, ਮਾਨਯੋਗ ਸੀਐਮ ਸਾਹਿਬ ਨੇ ਜ਼ੈਡ ਸਿਕਿਉਰਿਟੀ ਨੂੰ ਠੁਕਰਾ ਦਿੱਤੀ, ਠੁਕਰਾਈ ਹੈ, ਠੀਕ ਹੈ। ਕਿਉਂਕਿ ਜੇ ਉਹਨਾਂ ਨੂੰ ਸਿਕਿਉਰਿਟੀ ਦਾ ਸ਼ੌਕ ਹੁੰਦਾ ਜਾਂ ਜੇ ਉਹਨਾਂ ਨੂੰ ਇਹ ਤਾਮਝਾਮ ਦਾ ਸ਼ੌਕ ਹੁੰਦਾ ਤਾਂ ਉਹ ਜ਼ੈਡ ਸਿਕਿਉਰਿਟੀ ਐਕਸੈਪਟ ਕਰਦੇ। ਠੀਕ ਹੈ ਸਰ, ਆਪਾਂ ਇਹ ਕਹਿ ਕੇ ਮੈਂ ਉਹੀ ਕਹਿ ਰਿਹਾ ਕਿ ਪੂਰੀ ਡਿਬੇਟ ਇਸ ਸਿਕਿਉਰਿਟੀ ਵਾਲੇ ਇਸ਼ੂ ਦੇ ਉੱਤੇ ਚਲੀ ਜਾਏਗੀ। ਖੜਿਆਲ ਸਾਹਿਬ ਵੇਟ ਕਰਿਓ ਪਲੀਜ਼ ਥੋੜਾ ਜਿਹਾ, ਮੈਂ ਜੈਬਾਨ ਜੀ ਦਾ ਇੱਕ ਵਾਰ ਰੁਕ ਕਰਨਾ। ਜੈਬਾਨ ਜੀ, ਬੀਜੇਪੀ ਨੂੰ ਇਹ ਲੱਗ ਰਿਹਾ ਕਿ ਠੀਕ ਹੈ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਕਿ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਠੀਕ ਨਹੀਂ, ਬੀਜੇਪੀ ਕਲੀਅਰ ਬੋਲ ਕੇ ਗਈ ਹੈ,
ਕੀ ਤੁਹਾਨੂੰ ਦਲਿਤ ਵਿਰੋਧੀ ਐਂਗਲ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ? ਬੇਸਿਕਲੀ ਇਹ ਪੂਰਾ ਮਾਮਲਾ ਸਟੇਟਮੈਂਟ ਨੂੰ ਦਲਿਤ ਵਿਰੋਧੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਔਰ ਦੋ ਵਿਧਾਇਕਾਂ ਦਾ ਜ਼ਿਕਰ ਹੋ ਰਿਹਾ ਤੇ ਕਹਿ ਰਹੇ ਨੇ ਕਿ ਦੋਵੇਂ ਵਿਧਾਇਕ ਉਹ ਨੇ ਜਿਹੜੇ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ। ਹਾਂਜੀ, ਹੁਣ ਆ ਰਹੀ ਹੈ ਆਵਾਜ਼ ਗੌਰਵ? ਬਿਲਕੁਲ ਸਰ, ਆਵਾਜ਼ ਆ ਰਹੀ ਹੈ ਤੁਹਾਡੀ। ਗੁੱਡ। ਗੌਰਵ ਜੀ ਦੇਖੋ, ਜਿਹੜੀ ਸਟੇਟਮੈਂਟ ਦਿੱਤੀ ਸੀ ਪ੍ਰਤਾਪ ਸਿੰਘ ਬਾਜਵਾ ਜੀ ਨੇ, ਉਹਦੇ ਵਿੱਚ ਕੋਈ ਉਹਨਾਂ ਦੀ ਕਾਸਟ ਨੂੰ ਤੇ ਉਹਨਾਂ ਨੇ ਨਹੀਂ ਜ਼ਿਕਰ ਕੀਤਾ। ਉਹਨਾਂ ਨੇ ਸਿਰਫ ਉਹਨਾਂ ਦੇ ਕੰਮ ਨੂੰ ਜ਼ਿਕਰ ਕੀਤਾ ਹੈ ਤੇ ਉਹਨਾਂ ਦੀ ਅਪਾਇੰਟਮੈਂਟ, ਉਹਨਾਂ ਦੀ ਮਤਲਬ ਉਹਨਾਂ ਦੇ ਕੰਮ ਦੀ ਜੇ ਇਦਾਂ ਕਰ ਦੋ, ਉਹਨਾਂ ਦੀ ਫੈਮਿਲੀ ਦੀ, ਉਹਨਾਂ ਦੀ ਲੋ ਐਜੂਕੇਸ਼ਨ, ਲੋ ਵਰਕਿੰਗ ਦੀ ਕੀਤੀ ਹੈ, ਪਰ ਦਲਿਤ ਦੀ ਗੱਲ ਉਹਨਾਂ ਨੇ ਨਹੀਂ ਕੀਤੀ। ਇਸ ਵਾਸਤੇ ਮੈਂ ਆਪਣੀ ਪਹਿਲੀ ਸਟੇਟਮੈਂਟ ਦੇ ਵਿੱਚ ਵੀ ਕਿਹਾ ਸੀਗਾ ਕਿ ਇਸ ਗੱਲ ਨੂੰ ਇੱਕ ਕਮਿਊਨਲ ਐਂਗਲ ਦੇ ਕੇ ਤੁਸੀਂ ਪੂਰੇ ਪੰਜਾਬ ਦੀ ਪੰਜਾਬੀਅਤ, ਸਾਡਾ ਜਿਹੜਾ ਭਾਈਚਾਰਾ ਹੈ, ਜਿਸ ਤਰੀਕੇ ਨਾਲ ਪੰਜਾਬ ਜਿਉਂਦਾ ਹੈ, ਉਸ ਗੱਲ ਦੇ ਦਰਾੜ ਪਾਉਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਇਸ ਗੱਲ ਨੂੰ ਉੱਥੋਂ ਤੱਕ ਹੀ ਸੀਮਿਤ ਰਹਿ ਦਿਓ ਜਿੱਥੋਂ ਤੱਕ ਇਹ ਹੈਗੀ ਹੈ। ਜਿਹੜਾ ਮਾਈਂਡਸੈਟ ਹੈਗਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਵਰਗੇ ਬੰਦਿਆਂ ਦਾ, ਜੋ ਕਿ ਡੂਨ ਸਕੂਲ ਤੇ ਸਨਾਰ ਦੇ ਪੜ੍ਹੇ ਹੋਏ ਵੱਡੇ ਜ਼ਮੀਂਦਾਰ ਨੇ, ਉਹ ਮਾਈਂਡਸੈਟ ਸਾਹਮਣੇ ਆ ਗਿਆ। ਜਿਹੜੇ ਇਹ ਤਰੀਕੇ ਦੇ ਨਾਲ ਇਹ ਡਿਵਾਈਸਿਵ ਪੋਲਿਟਿਕਸ ਖੇਡਦੇ ਨੇ, ਇਹ ਪੋਲਿਟਿਕਸ ਆਫ ਐਜੀਟੇਸ਼ਨ ਕਰਦੇ ਨੇ, ਨੇਮ ਕਾਲਿੰਗ ਕਰਦੇ ਨੇ, ਉਹ ਸਾਹਮਣੇ ਆ ਗਿਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਕੋਈ ਅੱਜ ਦੀ ਗੱਲ ਤੇ ਨਹੀਂ। ਮੈਂ ਤੁਹਾਨੂੰ ਦੱਸਿਆ, ਰਾਹੁਲ ਗਾਂਧੀ ਐਜ਼ ਵਾਈਸ ਪ੍ਰੈਜ਼ੀਡੈਂਟ ਐਂਡ ਮੈਂਬਰ ਆਫ ਪਾਰਲੀਮੈਂਟ ਐਸੀ ਹੀ ਕੋਈ ਗੱਲ ਕਰਕੇ, ਜਿਹੜੀ ਉਹਨਾਂ ਦੀ ਸੁਪੀਰੀਅਰਿਟੀ ਦਾ ਕੰਪਲੈਕਸ ਹੈਗਾ, ਉਹਦੇ ਕਾਰਨ ਹੀ ਉਹਨਾਂ ਨੂੰ ਪਾਰਲੀਮੈਂਟ ਛੱਡਣੀ ਪੈ ਗਈ। ਤੇ ਇਹ ਹਿਸਾਬ ਦੇ ਨਾਲ ਤੇ ਇਹਨਾਂ ਨੂੰ ਇਸ ਗੱਲ ਦੇ ਵਾਸਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਗੱਲ ਖਤਮ ਕਰਨੀ ਚਾਹੀਦੀ ਹੈ। ਜੀ, ਮੇਰਾ ਜਵਾਬ ਦੇ ਨਾਲ ਇਹਦਾ ਕਰਨਾ ਨਹੀਂ ਚਾਹੀਦਾ। ਜੀ ਠੀਕ ਹੈ, ਮੈਂ ਜਵਾਬ ਲੈ ਲੈਣਾ ਸਰ। ਇੱਕ ਵਾਰੀ ਮੈਂ ਟਾਂਡਾ ਜੀ ਦਾ ਰੁਖ ਕਰਨਾ। ਖੜਿਆਲ ਸਾਹਿਬ, ਤੁਸੀਂ ਇਕੱਠੇ ਆਨਸਰ ਕਰ ਦਿਓ। ਟਾਂਡਾ ਜੀ, ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਉਸ ਦੇ ਉੱਤੇ ਆਮ ਆਦਮੀ ਪਾਰਟੀ ਰਿਐਕਟ ਵੀ ਕਰ ਰਹੀ ਹੈ, ਉਸ ਦੇ ਉੱਤੇ ਇਤਰਾਜ਼ ਵੀ ਹੈ, ਪਰ ਇਸ ਸਭ ਦੇ ਵਿੱਚ ਵਾਲੇ ਪੁਆਇੰਟ ਇਹ ਵੀ ਹੈ ਕਿ ਇਹ ਉਹ ਦੇਸ਼ ਹੈ ਜਿੱਥੇ ਪਿਛਲੇ 8-9 ਸਾਲਾਂ ਤੋਂ ਇਹ ਜ਼ਿਕਰ ਹੋ ਰਿਹਾ ਕਿ ਪ੍ਰਧਾਨ ਮੰਤਰੀ ਜੋ ਚਾਹ ਵੇਚਦੇ ਸੀ ਕਿਸੇ ਸਮੇਂ, ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ। ਬਹੁਤ ਵੱਡਾ ਅਹੁਦਾ ਹੁੰਦਾ ਹੈ ਤੇ ਉੱਥੇ ਇੱਕ ਮੋਬਾਈਲ ਰਿਪੇਅਰ ਕਰਨ ਵਾਲੇ ਦੇ ਉੱਤੇ ਜੇ ਸਵਾਲ ਉੱਠਣ ਜਾਂ ਫਿਰ ਚੁੱਕੇ ਜਾਣ ਜਾਂ ਫਿਰ ਉਸ ਦੇ ਉੱਤੇ ਗੱਲ ਹੋਵੇ ਤਾਂ ਫਿਰ ਕਿੰਤੂ ਪਰੰਤੂ ਤਾਂ ਹੋਏਗੀ। ਡੈਫੀਨਿਟਲੀ ਹੋਏਗੀ, ਪਰ ਜਿਵੇਂ ਕੇਜਰੀਵਾਲ ਜੀ ਉਂਗਲੀ ਚੱਕ ਕੇ ਇਹਦਾ ਮਤਲਬ ਪ੍ਰਧਾਨ ਮੰਤਰੀ ਜੀ ਬਾਰੇ ਬੋਲਦੇ ਆ, ਉਹਨਾਂ ਦੀ ਚਾਹ ਦੀ ਤੇ ਡਿਗਰੀ ਦੀ ਉਹ ਮਾਫੀ ਮੰਗ ਲੈਣ। ਫਿਰ ਮੈਂ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰ ਲਵਾਂ, ਮਾਫੀ ਮੰਗ ਲੈਣ। ਦੇਖੋ, ਤੁਸੀਂ ਹਰ ਉਹ ਕੁਝ ਕੰਮ ਕਰਦੇ ਹੋ। ਕਦੇ ਮੋਦੀ ਸਾਹਿਬ ਨੇ ਧਮਕੀ ਦਿੱਤੀ ਹੈ ਕਿ ਤੁਸੀਂ ਓਬੀਸੀ ਦੇ ਤੇ ਨੀਚੀਆਂ ਜਾਤੀਆਂ ਦੇ ਉਲਟ ਬੋਲੇ ਹੋ, ਤੁਹਾਨੂੰ ਮੈਂ ਫੜ ਕੇ ਅੰਦਰ ਕਰ ਦੂੰ? ਕਦੇ ਧਮਕੀ ਦਿੱਤੀ ਹੈ? ਤੁਸੀਂ ਕਿਸ ਤਰ੍ਹਾਂ ਥ੍ਰੈਟ ਦੇ ਰਹੇ ਹੋ ਕਿ ਜੇ ਹਫਤੇ ਪਰ ਕੀ ਕਰ ਲੋਗੇ? ਹਫਤੇ ਪਰ ਆਈ ਚੈਲੰਜ ਦੈਮ ਓਪਨਲੀ। ਕੋਈ ਲੀਗਲ ਕੇਸ ਬੰਦਾ ਦੱਸੋ ਮੈਨੂੰ ਕਿਹੜਾ। ਮੈਂ ਦਈਆ ਜੀ ਨੂੰ ਕਹਿੰਦਾ, ਮੇਰਾ ਛੋਟਾ ਭਰਾ ਹੈ, ਲੈਟਸ ਸਪੀਕ ਓਨੈਸਟਲੀ। ਲੀਗਲੀ ਦੱਸੋ ਮੈਨੂੰ ਕੀ ਚੀਜ਼ ਬਣਦੀ ਹੈ ਇਹਦੇ ਨਾਲ, ਕਿਹੜੀ ਚੀਜ਼ ਉਹਨਾਂ ਨੇ ਲੈਂਗੁਏਜ ਗਲਤ ਯੂਜ਼ ਕਰ ਲਈ। ਆਈ ਐਡਮਿਟ। ਨਹੀਂ, ਟਾਂਡਾ ਸਾਹਿਬ ਬੜਾ ਡਟ ਕੇ ਖੜੇ ਹੋ ਤੁਸੀਂ ਅੱਜ ਕਾਂਗਰਸ ਦੇ ਨਾਲ। ਡਟ ਕੇ ਨਹੀਂ ਜੀ, ਮੈਂ ਤਾਂ ਇਸ਼ੂਸ ਤੇ ਖੜਾ ਹਾਂ। ਮੇਰਾ ਕੋਈ ਕਿਸੇ ਦਾ ਲੋਭ ਪਿਆਰ ਨਹੀਂ ਹੁੰਦਾ। ਮੇਰੇ ਤੇ ਇਹ ਵੀ ਹਮਲਾ ਕਰ ਦਿੰਦੇ ਆ, ਕਾਂਗਰਸ ਵੀ ਹਮਲਾ ਕਰ ਦਿੰਦੀ ਹੈ। ਆਈ ਰਿਸਪੈਕਟ ਪ੍ਰਾਈਮ ਮਿਨਿਸਟਰ। ਜਦ ਮੈਂ ਪ੍ਰਾਈਮ ਮਿਨਿਸਟਰ ਜੀ ਦੇ ਹੱਕ 'ਚ ਬੋਲਦਾ, ਆਮ ਆਦਮੀ ਤੇ ਹਮਲਾ ਕਰ, ਤੁਸੀਂ ਰਲ ਜਾਣਾ ਹੈ, ਤੁਸੀਂ ਇਕੱਠੇ ਹੋ ਜਾਣਾ। ਜੇ ਕਾਂਗਰਸ 'ਚ ਬੋਲ ਦੋ, ਇਕੱਠੇ ਹੋਏ ਸੀ। ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਤੁਸੀਂ ਰੋਜ਼ ਮੰਦੀ ਭਾਸ਼ਾ ਬੋਲਦੇ, ਤੁਹਾਡੇ ਮੁੱਖ ਮੰਤਰੀ ਬੋਲਦੇ ਆ, ਤੁਹਾਡੇ ਮੁੱਖ ਮੰਤਰੀ ਅਸੈਂਬਲੀ 'ਚ ਬੋਲਦੇ ਆ, ਤੁਸੀਂ ਮੋਦੀ ਸਾਹਿਬ ਬਾਰੇ ਬੋਲਦੇ ਹੋ, ਨਹੀਂ ਘਟੀਆ ਗੱਲਾਂ ਮੋਦੀ ਸਾਹਿਬ ਬਾਰੇ ਕਰਦੇ ਹੋ, ਜਦ ਕਿਸੇ ਹੋਰ ਨੇ ਕਰਦੀ ਉਹ ਬੜੀ ਚੁਭਦੀ ਹੈ। ਇਹ ਡਬਲ ਸਟੈਂਡਰਡਸ ਕਿਉਂ ਹੈ? ਵਾਈ ਦਿਸ ਡਬਲ ਸਟੈਂਡਰਡਸ ਆਰ देयर? ਚਲੋ ਆਪਾਂ ਜਵਾਬ ਲੈ ਲਈਏ। ਪ੍ਰਾਈਮ ਮਿਨਿਸਟਰ ਹੈ ਮੋਦੀ। ਮੈਂ ਕਨਕਲੂਜਨ ਵਾਲੇ ਪਾਸੇ ਜਾਵਾਂਗਾ, ਉਸ ਤੋਂ ਪਹਿਲਾਂ ਤੁਹਾਡੀ ਸਟੇਟਮੈਂਟ ਲਵਾਂਗਾ। ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਖੜਿਆਲ ਸਾਹਿਬ, ਦੇਖੋ ਸਾਥ ਮਿਲ ਰਿਹਾ ਤੁਹਾਨੂੰ, ਤੁਸੀਂ ਵੀ ਐਡਵੋਕੇਟ, ਟਾਂਡਾ ਸਾਹਿਬ ਵੀ ਸੀਨੀਅਰ ਐਡਵੋਕੇਟ, ਤੁਸੀਂ ਵੀ, ਪਰ ਪੁਆਇੰਟ ਇਹ ਹੈ ਕਿ ਵਾਕਈ ਹੀ ਐਕਸ਼ਨ ਜੇ ਹੁੰਦਾ ਤਾਂ ਤਿਆਰ ਹੋ। ਪਹਿਲੀ ਗੱਲ ਤਾਂ ਗੌਰਵ ਜੀ, ਮੈਂ ਜਦ ਇੱਥੇ ਇੱਕ ਗੱਲ ਸਪਸ਼ਟ ਕਰਦਾ ਕਿ ਇੱਥੇ ਬਾਜਵਾ ਸਾਹਿਬ ਦੇ ਬਿਆਨ ਦੇ ਵਿੱਚ ਇੱਕ ਵੀ ਦਲਿਤ ਰਿਮਾਰਕ ਨਹੀਂ ਹੈ, ਇੱਕ ਵੀ ਸਪੈਸੀਫਿਕ ਰਿਮਾਰਕ ਨਹੀਂ ਹੈ। ਇਹ ਔਨ ਰਿਕਾਰਡ ਕਹਿ ਰਹੇ ਹੈ। ਜੇ ਮੈਂ ਗਲਤ ਹੈ ਤਾਂ ਦਈਆ ਸਾਹਿਬ ਦਾ ਜਦੋਂ ਟਾਈਮ ਆਇਆ ਇਹ ਦੱਸਣ ਵੀ ਬਿਆਨ ਕਿਹੜਾ ਦਲਿਤ ਵਿਰੋਧੀ ਹੈ, ਤੇ ਜੇ ਨਾ ਦੱਸ ਕਹਿੰਦੇ ਦੋਨੋਂ ਵਿਧਾਇਕ ਜਿਹੜੇ ਚੁਣੇ ਗਏ ਜਿਨ੍ਹਾਂ ਬਾਰੇ ਬੋਲੇ ਆ ਉਹ ਦੋਨੋਂ ਦਲਿਤ ਵਿਧਾਇਕ। ਮੈਂ ਕਹਿੰਦਾ ਉਹਨਾਂ ਬਾਰੇ ਤੁਸੀਂ ਦੇਖੋ ਕਿ ਬਿਆਨ ਦਿੱਤਾ ਕੀ ਗਿਆ। ਪਹਿਲੀ ਗੱਲ ਤਾਂ ਵੀ ਤੁਸੀਂ ਸਾਈਕਲ ਤੇ ਇੱਕ ਦਿਨ ਆਏ ਤੇ ਅਗਲੇ ਦਿਨ ਫੋਰਚੂਨਰ ਤੇ ਆ ਗਏ। ਇਹ ਗੱਲ ਹੈ, ਗੱਲ ਦਲਿਤ ਵਿਰੋਧੀ ਨਹੀਂ ਕੀਤੀ, ਗੱਲ ਕੀਤੀ ਗਈ ਹੈ ਤੁਹਾਡੇ ਐਟੀਟਿਊਡ ਦੀ, ਵੀ ਤੁਸੀਂ ਕਿਵੇਂ ਥੀਏਟਰਿਕਸ ਕਰਕੇ ਲੋਕਾਂ ਤੇ ਵੀ ਦਿੱਕਤ ਆਉਣ। ਗੌਰਵ ਜੀ ਮੇਰੀ ਗੱਲ ਸੁਣ ਲਓ, ਅਨਇੰਟਰਪਟਡ ਟਾਈਮ ਦੇ ਦਿਓ ਜੀ ਪਲੀਜ਼। ਸੋ ਗੱਲ ਇਹ ਹੈ ਕਿ ਥੀਏਟਰਿਕਸ ਨਾ ਕਰੋ। ਸਾਈਕਲ ਤੇ ਆਉਣਾ ਸਾਈਕਲ ਤੇ ਆਓ, ਫੋਰਚੂਨਰ ਮਰਸੀਡੀਜ਼ ਤੇ ਆਉਣਾ ਤਾਂ ਮਰਸੀਡੀਜ਼ ਤੇ ਆਓ, ਲੇਕਿਨ ਮੈਨੂੰ ਚੇਂਜ ਇਟ ਔਨ ਅ ਡੇਲੀ ਬੇਸਿਸ ਤੇ ਪੀਪਲ ਵਿਲ ਐਕਸਪੋਜ਼ ਯੂ। ਦੂਜੀ ਗੱਲ ਇਹ ਹੈ
ਕਿ 15 ਮਹੀਨੇ ਜਿਹੜੀ ਦਲਿਤ ਸਮਾਜ ਨੂੰ ਰੈਪਰੈਜ਼ੈਂਟੇਸ਼ਨ ਮਿਲ ਸਕਦੀ ਸੀ ਜੀ। ਉਹ ਇਹਨਾਂ ਨੇ ਕਹਿ ਰਹੇ ਨਾ 5 ਸਾਲ ਦੀ ਸਰਕਾਰ ਹੈ 2027 ਤੱਕ। ਮੈਂ ਕਹਿੰਦਾ ਠੀਕ ਹੈ, 15 ਮਹੀਨੇ ਤੁਸੀਂ ਉਹਨਾਂ ਤੋਂ ਖੋਹ ਲਏ ਹੈ। ਇਸ ਗੱਲ ਦੀ ਦਈਆ ਸਾਹਿਬ ਇੱਥੇ ਮਾਫੀ ਮੰਗਣ, ਆਮ ਆਦਮੀ ਪਾਰਟੀ ਦੀ ਸਰਕਾਰ ਮਾਫੀ ਮੰਗੇ। ਦੂਜੀ ਗੱਲ ਗੌਰਵ ਜੀ, ਬਾਜਵਾ ਸਾਹਿਬ ਉਹ ਵਿਅਕਤੀ ਨੇ ਜਿਨ੍ਹਾਂ ਨੇ ਕਿਹਾ ਸੀਗਾ ਇੱਕ ਓਪਨਲੀ ਇੰਟਰਵਿਊ ਦੇ ਵਿੱਚ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਜੱਟ ਮੁੱਖ ਮੰਤਰੀ ਬਣੂਗਾ, ਇੱਕ ਦਲਿਤ ਸਮਾਜ ਦਾ ਵਿਅਕਤੀ ਵੀ ਸੀਐਮ ਵੀ ਬਣ ਸਕਦਾ ਹੈ ਤੇ ਡਿਪਟੀ ਸੀਐਮ ਵੀ ਬਣ ਸਕਦਾ ਹੈ। ਤੀਜੀ ਗੱਲ ਗੌਰਵ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਮਾਫੀ ਇਸ ਗੱਲ ਦੀ ਮੰਗੇ ਵੀ ਦਿੱਲੀ ਦੇ ਵਿੱਚ ਇੱਕ ਐਸਸੀ ਦਲਿਤ ਸਮਾਜ ਦੇ ਮਿਨਿਸਟਰ ਨੂੰ ਤੁਸੀਂ ਉਤਾਰਿਆ। ਦੂਜੀ ਗੱਲ ਦੀ ਮਾਫੀ ਮੰਗੇ ਕੋਈ ਦਲਿਤ ਡਿਪਟੀ ਸੀਐਮ ਕਹਿਣ ਦੇ ਬਾਵਜੂਦ ਨਹੀਂ ਬਣਾਇਆ। ਤੀਜੀ ਗੱਲ ਦੀ ਮਾਫੀ ਮੰਗੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਫੋਟੋ ਤਾਂ ਲਾ ਲੈਂਦੇ ਹੋ, ਲੇਕਿਨ ਜਿਹੜਾ ਸਟੇਟ ਆਫ ਦੀ ਆਰਟ ਮਿਊਜ਼ੀਅਮ ਸੀਗਾ ਆਈਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ, ਉਹ ਤੁਸੀਂ ਕਿਉਂ ਨਹੀਂ ਬਣਨ ਦਿੱਤਾ? ਇਹਦੇ ਬਾਵਜੂਦ ਕਿ ਚੰਨੀ ਸਾਹਿਬ ਨੇ ਫਾਊਂਡੇਸ਼ਨ ਲੈਂਡ ਆਊਟ ਕੀਤਾ ਸੀਗਾ 150 ਕਰੋੜ ਰੁਪਏ ਦਾ ਪ੍ਰੋਜੈਕਟ ਸੀ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੋਕ ਕਿਉਂ ਦਿੱਤਾ? ਫੋਟੋ ਤਾਂ ਲਾਉਣੇ ਹੋ, ਮਿਊਜ਼ੀਅਮ ਨਾਲ ਕੀ ਤਕਲੀਫ? ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਐਕਸਪੋਜ਼ ਕਰਦਾ ਦਲਿਤ ਵਿਰੋਧੀ ਸੋਚ। ਠੀਕ ਹੈ, ਜਵਾਬ ਲੈ ਲਓ, ਸਮਾਂ ਮੈਂ ਕੰਕਲੂਡ ਵਾਲੇ ਪਾਸੇ ਜਾਣਾ। ਠੀਕ ਹੈ, ਪੁਆਇੰਟ ਕਲੀਅਰ ਕਰ ਲਓ। ਇੱਕ ਬੈਨੀਫਿਟ ਦੇਖੋ, ਲਾਇਰਸ ਨੇ ਇੱਕ ਗੱਲ ਦੀ ਡਿਮਾਂਡ ਕੀਤੀ ਵੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਜੀ ਦਲਿਤ ਸਮਾਜ ਦੇ ਲਾਇਰਸ ਦੀ ਫॉर ਵੈਕੈਂਸੀਜ਼ ਇਨ ਏਜੀ ਆਫਿਸ। ਇਹਨਾਂ ਨੇ ਉਸ ਗੱਲ ਨੂੰ ਵੀ ਇਨਕਾਰ ਕਰਤਾ ਵੀ ਤੁਹਾਨੂੰ ਰਿਜ਼ਰਵੇਸ਼ਨ ਤੇ ਜਿਹੜੇ ਬੈਨੀਫਿਟ ਮਿਲਦੇ ਆ ਉਹ ਅਸੀਂ ਨਹੀਂ ਦਵਾਂਗੇ ਵਕੀਲਾਂ ਨੂੰ। ਇਹ ਦਲਿਤ ਵਿਰੋਧੀ ਸੋਚ ਐਕਸਪੋਜ਼ ਕਰਦੇ ਤੇ ਆਪਾਂ ਜਵਾਬ ਲੈ ਲਈਏ। ਮੇਰਾ ਬਿਆਨ ਹੈ, ਬਸ ਲਾਸਟ ਲਾਈਨ ਹੀ ਹੈ। ਬਾਜਵਾ ਸਾਹਿਬ ਦਾ ਬਿਆਨ ਔਰ ਜਿਹੜਾ ਅਜੀਤ ਦੇ ਆਡੀਟੋਰੀਅਮ ਦਿੱਤਾ ਸੀਗਾ ਉਹ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿਉਂਕਿ ਐਕਸਪੋਜ਼ ਹੋਈ ਆਮ ਆਦਮੀ ਪਾਰਟੀ। ਠੀਕ ਹੈ, ਮੀਡੀਆ ਦੇ ਧੱਕੇ ਮੈਂ ਜਵਾਬ ਲੈ ਲਵਾਂ ਸਰ, ਸਮਾਂ ਬਹੁਤ ਘੱਟ ਹੈ ਮੇਰੇ ਕੋਲ। ਜੈਬਾਨ ਜੀ, ਦਈਆ ਜੀ ਥੋੜੇ ਵੇਟ ਕਰੋ, ਇਕੱਠੇ ਜਵਾਬ ਦੇ ਦਿਓ। ਜੈਬਾਨ ਜੀ ਕੁਝ ਕਹਿਣਾ ਚਾਹ ਰਹੇ? ਜੈਬਾਨ ਜੀ। हाँ, मैं सिर्फ एडा कहना चाह रहा जी, टाइम बहुत घट है, मैं एडा कहना चाह रहा कि बाजवा साहब ने तो एक बार बोल दिता, पर आम आदमी पार्टी का तो ये रोज का ही सिलसिला है किसी ना किसी की बेइज्जती करनी। जिदा टांडा साहब ने कहा जिस तरीके नाल अरविंद केजरीवाल प्राइम मिनिस्टर मोदी के बारे गल करते ने वो बिल्कुल ही निंदायोग है। इट इज हाईली कंडेमनेबल। इन्हां दा अपना रवैया ठीक नहीं है। ये दूसरे बंदे नूं ਉਤਸ਼ਾਹ ਦਿੰਦੇ ਨੇ, ਜਦੋਂ ਉਤਸ਼ਾਹ ਦਿੰਦੇ ਨੇ ਤੇ ਉਸ ਉਤਸ਼ਾਹ ਦੇ ਵਿੱਚ ਆ ਕੇ ਬਾਜਵਾ ਸਾਹਿਬ ਨੇ ਕੁਝ ਕਹਿਤਾ ਤੇ ਹੁਣ ਉਹਦਾ ਇਹ ਦਲਿਤ ਕਾਰਡ ਖੇਡੀ ਜਾ ਰਹੇ ਨੇ। ਮੈਂ ਇਹ ਕਹਿਣਾ ਚਾਹਨਾ ਕਿ ਸਾਰਿਆਂ ਨੂੰ ਹੀ ਆਪਣੇ ਸ਼ਬਦਾਂ ਦਾ ਸੰਯਮ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਸੰਸਕ੍ਰਿਤੀ ਨਹੀਂ ਭੁੱਲਣੀ ਚਾਹੀਦੀ। ਇਸੇ ਗੱਲ ਦੀ ਅੱਜ ਡਿਬੇਟ ਸੀਗੀ ਤੇ ਇਹ ਜੋ ਹੋ ਰਿਹਾ ਹੈ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ। ਮੈਂ ਇਸ ਡਿਬੇਟ ਨੂੰ ਇੱਕ ਹਾਇਰ ਪਲੇਟਫਾਰਮ ਦੇ ਉੱਤੇ ਲੈ ਕੇ ਜਾ ਰਿਹਾ ਕਿ ਸਾਰੀਆਂ ਪਾਰਟੀਆਂ ਇੰਟਰੋਸਪੈਕਟ ਕਰਨ ਕਿ ਇਸ ਤਰੀਕੇ ਦੇ ਨਾਲ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਇਹ ਪੰਜਾਬ ਦੇ ਹਿੱਤ ਦੇ, ਇਹ ਪੰਜਾਬ ਦਾ ਕਲਚਰ ਹੈ, ਇਹ ਸਾਡੀ ਪੰਜਾਬੀਅਤ ਹੈ। ਜਦੋਂ ਨਹੀਂ ਹੈ ਤੇ ਕਿਉਂ ਕਰਨੇ ਆ? ਠੀਕ ਹੈ, ਬਿਲਕੁਲ ਜੀ। ਚਲੋ ਆਪਾਂ ਜਵਾਬ ਲੈ ਲਈਏ ਸਰ। ਦਈਆ ਜੀ, 2 ਪੁਆਇੰਟਸ ਨੇ। ਇੱਕ ਤਾਂ ਜਦੋਂ ਤੁਸੀਂ ਬੋਲਦੇ ਹੋ ਬਾਕੀਆਂ ਬਾਰੇ ਉਦੋਂ ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਠੀਕ ਬੋਲ ਰਹੇ ਹਾਂ, ਤੇ ਦੂਜਾ ਪੁਆਇੰਟ ਹੈ ਕਿ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਦੇ ਵਿੱਚ ਦਲਿਤ ਵਿਰੋਧੀ ਕੀ ਸੀ? ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਨੂੰ ਕੀ ਇੱਕ ਪੁਆਇੰਟ ਐਡ ਕਰਾ ਲਿਓ। ਕਟਾਰੂ ਚੱਕ ਸਾਹਿਬ ਦੇ ਐਲੀਗੇਸ਼ਨ ਜੋ ਹੈ ਸੈਕਸ਼ੂਅਲ ਮਿਸਕੰਡਕਟ ਦੇ ਦਲਿਤ ਸਮਾਜ ਦੇ ਵਿਅਕਤੀ ਦੇ ਖਿਲਾਫ, ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ, ਕੋਈ ਪੀਸੀ ਨਹੀਂ ਕੀਤੀ, ਕੋਈ ਬਿਆਨ ਨਹੀਂ ਦਿੱਤੇ। ਠੀਕ ਹੈ, ਜਵਾਬ ਲੈ ਲਓ, ਆਪਾਂ ਕੰਕਲੂਡ ਕਰਨਾ, ਸਮਾਂ ਬਹੁਤ ਘੱਟ ਹੈ। ਦਈਆ ਜੀ ਦੇਖੋ, ਮੈਂ ਇੱਕ ਗੱਲ ਕਹੂੰਗਾ ਕਿ ਮੈਂ ਆਪ ਦੀ ਡਿਬੇਟ ਦੇ ਵਿੱਚ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਉਹ ਦੋਵੇਂ ਜਿਹੜੇ ਐਮਐਲਏ ਸਾਹਿਬਾਨ ਸੀ ਸਾਡੇ, ਦੋਵੇਂ ਐਸਸੀ ਸੀ ਜੀ। ਧਿਆਨ ਪੂਰੇ 92 ਦੇ ਵਿੱਚੋਂ ਦੋਵਾਂ ਤੇ ਗਿਆ। ਹੋਰ ਕਿਸੇ ਨੇ ਸਾਈਕਲ ਤੋਂ ਫੋਰਚੂਨਰ ਤੇ ਗਿਆ ਔਰ ਇਸ ਕਰਕੇ ਹੋਰ ਕੋਈ ਸਾਈਕਲ ਤੋਂ ਫੋਰਚੂਨਰ ਤੇ ਚੜਿਆ ਇਹਨਾਂ ਦੱਸ ਦਿਓ। ਦਲਤ ਵਿਰੋਧੀ ਚਿਹਰਾ ਸੀ ਉਹ ਸਮਝ ਆਇਆ। ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸ ਠੀਕ ਹੈ, ਕਰ ਲੈਗਾ ਇੱਕ ਵਾਰੀ ਕੰਪਲੀਟ ਕਰ ਲੈਗਾ ਪਲੀਜ਼। ਇੱਕ ਮਿੰਟ ਸਰ, ਮੈਂ ਪਲੀਜ਼ ਖੜਿਆਲ ਸਾਹਿਬ ਕੰਪਲੀਟ ਕਰ ਲੈਣਾ। ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। ਨਹੀਂ ਖੜਿਆਲ ਸਾਹਿਬ ਪਲੀਜ਼ ਥੋੜੇ ਵੇਟ, ਖੜਿਆਲ ਸਾਹਿਬ ਥੋੜੇ ਵੇਟ ਕਰ ਲਓ ਇੱਕ ਵਾਰੀ। ਐਮਐਲਏ ਸਾਈਕਲ ਤੋਂ ਬਹੁਤ ਸ਼ਾਂਤੀ ਨਾਲ ਤੁਹਾਨੂੰ ਸੁਣ ਰਹੇ ਸੀ ਉਹ। ਪਲੀਜ਼ ਮੈਂ ਬੜੇ ਪਿਆਰ ਨਾਲ, ਮੈਂ ਠੀਕ ਆ, ਪਰ ਜਵਾਬ ਦੇ ਲੈਣ ਦਿਓ। ਮੈਨੂੰ ਵੀ ਜਵਾਬ ਦਿਓ ਤੁਸੀਂ। ਠੀਕ ਹੈ, ਤੁਹਾਨੂੰ ਪਤਾ ਕਿ ਹੁਣ ਜਵਾਬ ਆ ਰਿਹਾ ਹੈ, ਜਵਾਬ ਸੁਣਨਾ ਪੈਣਾ ਇਸ ਕਰਕੇ। ਠੀਕ ਹੈ, ਜਵਾਬ ਦੇ ਦਿਓ। ਥੋੜੇ ਵੇਟ ਕਰੋ। ਮੈਂ ਉਹੀ ਕਹਿ ਰਿਹਾ, ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਏਗੀ। ਦਈਆ ਜੀ ਕੰਪਲੀਟ ਕਰ ਲਓ। ਉਹ ਕਹਿੰਦੇ ਕਿ ਤੁਹਾਡੇ 2 ਵਿਧਾਇਕਾਂ ਦਾ ਜ਼ਿਕਰ ਕਰਿਆ, ਉਹੀ ਵਿਧਾਇਕ ਨੇ ਜਿਹੜੇ ਖੂਬ ਚਰਚਾ 'ਚ ਰਹੇ ਨੇ, ਖਾਸ ਤੌਰ ਤੇ ਨਾਭਾ ਵਾਲੇ। ਦੇਖੋ ਮੇਰੀ ਗੱਲ ਸੁਣੋ, ਮੈਂ ਪਹਿਲਾਂ ਵੀ ਕਿਹਾ ਸਾਈਕਲ ਤੇ ਆਏ ਕਿਉਂਕਿ ਉਸ ਦਿਨ ਸੌ ਲੈਣ ਆਏ ਸੀ। ਠੀਕ ਹੈ, ਉਸ ਤੋਂ ਬਾਅਦ ਜਦੋਂ ਉਹ ਗਏ ਨੇ, ਉਸ ਤੋਂ ਬਾਅਦ ਜੇ ਉਹਨਾਂ ਦੇ ਕੋਲ ਉਹਨਾਂ ਦਾ ਵਹੀਕਲ ਸੀਗਾ ਤੇ ਉਹਨਾਂ ਨੇ ਇਸਤੇਮਾਲ ਕੀਤਾ, ਕੋਈ ਜੁਰਮ ਨਹੀਂ ਕੀਤਾ। ਇਹਨਾਂ ਨੇ ਹਮੇਸ਼ਾ ਹੀ ਡਰਾਮੇਬਾਜ਼ੀਆਂ ਕੀਤੀਆਂ। ਤੁਹਾਨੂੰ ਲੱਗਦਾ ਹੈ ਕਿ ਲੈਟ ਮੀ ਕੰਪਲੀਟ ਸਰ, ਲੈਟ ਮੀ ਕੰਪਲੀਟ ਕਰ ਲਿਆ ਵੀ ਦੂਜੀ ਗੱਲ ਕੰਕਲੂਡ ਕਰਨਾ ਸਰ। ਹੋਰ ਗੱਲ ਤਾਂ ਸੁਣੋ ਯਾਰ, ਤੁਸੀਂ ਸੁਣੋ ਤਾਂ ਸਹੀ, ਮਾਦਾ ਤਾਂ ਰੱਖੋ ਸੁਣਨ ਦਾ। ਦੂਜੀ ਗੱਲ ਦੇਖੋ, ਜਾਤੀਵਾਦ ਹਮੇਸ਼ਾ ਹੀ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਹੈ ਵੀ ਰਿਹਾ।
ਔਰ ਜਾਤੀਵਾਦ ਇਹਨਾਂ ਦੇ ਦਿਮਾਗ ਦੇ ਵਿੱਚ ਰਿਹਾ ਹੈ। ਜਦੋਂ ਭਾਵੇਂ ਬੀਜੇਪੀ ਦੀ ਗੱਲ ਹੋਵੇ ਭਾਵੇਂ ਕਾਂਗਰਸ ਦੀ ਗੱਲ ਹੋਵੇ, ਜਦੋਂ ਇਲੈਕਸ਼ਨ ਆਉਂਦਾ ਸੀ ਇਹ ਦਲਿਤਾਂ ਦੇ ਘਰੇ ਰੋਟੀ ਖਾਣ ਜਾਂਦੇ ਸੀ, ਭੋਜਨ ਕਰਨ ਜਾਂਦੇ ਸੀ, ਉਹ ਔਰ ਉੱਥੇ ਪੂਰੀ ਮੀਡੀਆ ਲੈ ਕੇ ਜਾਂਦੇ ਸੀ। ਜੇ ਤਾਂ ਇਹਨਾਂ ਇਹ ਵਾਕਈ ਦਲਿਤ ਪ੍ਰੇਮੀ ਸੀ ਜਾਂ ਦਲਿਤ ਦੇ ਘਰੇ ਜਾ ਕੇ ਰੋਟੀ ਖਾਣੀ ਤਾਂ ਫਿਰ ਚੁੱਪ ਚਪੀਤੇ ਜਾ ਕੇ ਖਾਓ, ਉੱਥੇ ਜਾ ਕੇ ਮੀਡੀਆ ਨੂੰ ਲੈ ਕੇ ਜਾਂਦੇ ਸੀ। ਸਰ ਇੱਕ ਚੀਜ਼ ਤੁਹਾਨੂੰ ਯਾਦ ਹੋਏਗੀ, ਇਹ ਸਾਡੇ ਦੇਸ਼ ਦੀ ਵਿਡੰਬਨਾ ਹੈ। ਕੇਜਰੀਵਾਲ ਸਾਹਿਬ 3 ਵੀਲਰ ਵਾਲਿਆਂ ਦੇ ਢਿੰਗਰਾ ਖਾਤੇ ਸਾਹਿਬ ਰੋਟੀ ਇਹੀ ਪਖੰਡ ਤੁਸੀਂ ਸਾਰੇ ਕਰਦੇ ਹੋ ਸਰ। ਮੇਰਾ ਜਵਾਬ ਲੈ ਲਓ। ਤੁਹਾਨੂੰ ਯਾਦ ਹੋਵੇਗਾ ਦੇਸ਼ ਦੇ ਪ੍ਰਧਾਨ ਮੰਤਰੀ 2014 ਤੋਂ ਇਲੈਕਸ਼ਨ ਤੋਂ ਬਾਅਦ ਦੀ ਸ਼ਾਇਦ ਇਹ ਗੱਲ ਹੈਗੀ, ਜਦੋਂ ਅਗਲਾ ਇਲੈਕਸ਼ਨ ਸੀ, ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੀ ਕਹਿੰਦੇ ਨੇ, हमने ओबीसी को प्रधानमंत्री बनाया, हमने एक पिछड़े को प्रधानमंत्री बनाया जी। जातिवाद ਨੂੰ ਵਧਾਵਾ ਕਿਹਨੇ ਦਿੱਤਾ, ਟਾਰਗੇਟ ਕੀਤਾ ਕਿ ਅਸੀਂ ਇਹ ਗੱਲ ਲੋਕਾਂ ਦੇ ਦਿਮਾਗ 'ਚ ਪਾਈਏ ਕਿ ਅਸੀਂ ਪਿਛੜੇ ਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਕਿ ਸਾਨੂੰ ਉਹਦਾ ਸਿੰਪੈਥੀ ਮਿਲੇ ਔਰ ਸਾਨੂੰ ਜਿਹੜਾ ਹੈਗਾ ਸਾਡਾ ਵੋਟ ਬੈਂਕ ਵਧੇ। ਸਰ ਇੱਕ ਚੀਜ਼ ਦੇਖੋ ਜੀ, ਗੱਲ ਇਹਨਾਂ ਨੇ ਕੀਤੀ ਕਿ ਪ੍ਰਧਾਨ ਮੰਤਰੀ ਦੀ ਕੁਆਲੀਫਿਕੇਸ਼ਨ ਦੇ ਉੱਤੇ ਸਵਾਲ ਉਠਾਉਂਦੇ ਨੇ ਤਾਂ ਇਹਨਾਂ ਨੂੰ ਉਹ ਡੈਰੋਗੇਟਰੀ ਨਹੀਂ ਲੱਗਦਾ। ਮੈਂ ਇੱਕ ਜਵਾਬ ਦਊਂਗਾ ਇਹਨਾਂ ਤੋਂ ਕਿ 2020 ਦੇ ਇਲੈਕਸ਼ਨ ਦੇ ਵਿੱਚ ਪੂਰੀ ਬੀਜੇਪੀ ਨੇ ਇੱਕ ਸੀਐਮ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਜੀ ਕੀ ਕਿਹਾ ਇਹਨਾਂ ਨੇ, ਆਤੰਕਵਾਦੀ, ਟੈਰਰਿਸਟ, ਅੱਤਵਾਦੀ। ਠੀਕ ਹੈ, ਕੰਪਲੀਟ ਕਰ ਲਓ ਸਰ, ਮੇਰੇ ਕੋਲ ਸਮਾਂ ਖਤਮ ਹੋ ਜਾਏਗਾ। ਮੈਂ ਡਿਬੇਟ ਦੇ ਉੱਤੇ ਰਹੀ, ਮੇਰੀ ਗੱਲ ਸੁਣੋ। ਕਿਸੇ ਨੂੰ ਅੱਤਵਾਦੀ ਕਹਿਣਾ, ਇੱਕ ਮੌਜੂਦਾ ਸੀਐਮ ਨੂੰ ਅੱਤਵਾਦੀ ਕਹਿਣਾ ਇਹਨਾਂ ਲਈ ਸ਼ੋਭਨੀय ਹੋ ਗਿਆ, ਲੇਕਿਨ ਬੀਜੇਪੀ ਨੇ ਕਿਹਾ ਉਸ ਔਰ ਜੇਕਰ ਜੇ ਉਸੇ ਸੀਐਮ ਨੇ ਕਿਹਾ ਤਾਂ ਵੀ ਯਾਰ ਇਹ ਘੱਟ ਪੜ੍ਹਿਆ ਲਿਖਿਆ ਤਾਂ ਉਹ ਇਹਨਾਂ ਨੂੰ ਉਹ ਗੱਲ ਚੁੱਪ ਗਈ। ਠੀਕ ਹੈ, ਪਰ ਦੇਖੋ ਦਈਆ ਜੀ ਪੁਆਇੰਟ ਇਹ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਓਬੀਸੀ ਨੂੰ ਕੋਈ ਦਿੱਤਾ ਗਿਆ ਮੌਕਾ, ਇਹ ਹਰ ਪਾਰਟੀ ਬੋਲਦੀ ਹੈ। ਮੈਂ ਕੋਈ ਇੱਕ ਪਾਰਟੀ ਤੱਕ ਇਹ ਬਿਆਨ ਸੀਮਿਤ ਨਹੀਂ। ਕਾਂਗਰਸ ਕਹਿੰਦੀ ਹੈ ਕਿ ਦੇਖੋ ਅਸੀਂ ਦਲਿਤ ਭਾਈਚਾਰੇ ਦਾ ਨੁਮਾਇੰਦਾ ਮੁੱਖ ਮੰਤਰੀ ਬਣਾ ਦਿੱਤਾ, ਅਕਾਲੀ ਦਲ ਆਪਣੇ ਲੈਵਲ ਦੇ ਉੱਤੇ ਜ਼ਿਕਰ ਕਰਦਾ, ਬੀਜੇਪੀ ਜ਼ਿਕਰ ਕਰਦੀ, ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ, ਆਮ ਆਦਮੀ ਪਾਰਟੀ ਸੇਮ ਗੱਲਾਂ ਕਰਦੀ ਹੈ। ਤੇ ਇਹ ਗੱਲ ਇਹ ਹੈ ਕਿ ਇਹ ਦਲਿਤ ਵਿਰੋਧੀ ਹੋ ਗਿਆ ਕਿ ਜੇਕਰ ਕਿਸੇ ਨੂੰ ਅਹੁਦਾ ਦੇ ਦਿੱਤਾ ਗਿਆ ਤਾਂ ਕਿ ਉਹ ਦਲਿਤ ਵਿਰੋਧੀ ਹੋ ਗਿਆ। ਸਰ ਮੈਂ ਪਹਿਲਾਂ ਵੀ ਇਸੇ ਆਪਣੇ ਮੈਂ ਕਹਿ ਚੁੱਕਿਆ ਤੁਹਾਨੂੰ ਕਿ ਦਲਿਤ ਵਿਰੋਧੀ ਚਿਹਰਾ ਤਾਂ ਕਾਂਗਰਸ ਦਾ ਉਸੇ ਦਿਨ ਨੰਗਾ ਹੋ ਗਿਆ ਸੀ ਜਿੱਦਣ ਸੈਸ਼ਨ ਦੇ ਵਿੱਚ ਭੱਜ ਗਏ ਸੀਗੇ। ਚਲੋ ਆਪਾਂ ਕਨਕਲੂਡ ਕਰਦੇ ਹਾਂ। ਹਾਊਸ ਦੇ ਵਿੱਚ ਬੋਲਣ ਦੀ ਬਜਾਏ ਇਹ ਬਾਹਰ ਆ ਕੇ ਮੀਡੀਆ ਦੇ ਵਿੱਚ ਬੋਲਦੇ ਸੀ। ਮੈਂ ਕਨਕਲੂਡ ਕਰਦਾ ਸਰ, ਸਮਾਂ ਆਲਰੇਡੀ ਹੋਪਫੁਲੀ ਤੁਹਾਨੂੰ ਬਹੁਤ ਮਿਲ ਗਿਆ। ਐਕਸ਼ਨ ਕੀ ਹੋਏਗਾ? ਟਾਂਡਾ ਸਾਹਿਬ ਸਾਡੇ ਨਾਲ ਬੈਠੇ ਨੇ, ਐਡਵੋਕੇਟ ਨੇ, ਸਾਡੇ ਨਾਲ ਖੜਿਆਲ ਸਾਹਿਬ ਵੀ ਐਡਵੋਕੇਟ ਨੇ, ਕੋਈ ਆਧਾਰ ਹੀ ਨਹੀਂ ਹੈ, ਕੋਈ ਬੇਸ ਹੀ ਨਹੀਂ ਕਿ ਤੁਸੀਂ ਐਕਸ਼ਨ ਲਓਗੇ ਉਹਨਾਂ ਦੇ ਉੱਪਰ। ਤੁਸੀਂ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਰਹੇ ਹੋ, ਕੋਈ ਮਤਲਬ ਨਹੀਂ ਇਹਦਾ। ਸਰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮਾਨਯੋਗ ਚੀਮਾ ਸਾਹਿਬ ਨੇ ਇਹ ਗੱਲ ਕਹੀ ਸੀ ਅਸੀਂ ਕਾਨੂੰਨੀ ਮਾਹਰਾਂ ਦੀ ਰਾਏ ਲਵਾਂਗੇ। ਠੀਕ ਹੈ, ਉਹਦੇ ਇੱਕ ਇੱਕ ਸ਼ਬਦ ਜਿਹੜਾ ਹੈਗਾ ਉਹਨੂੰ ਦੱਸੋ, ਫਿਰ ਦੇਖਾਂਗੇ। ਧਾਰਾ ਦੱਸ ਦਿਓ ਕਿਹੜੀ ਬਣਦੀ, ਉਹਨੂੰ ਦੱਸਾਂਗੇ, ਕਿਹੜੀ ਧਾਰਾ ਬਣਦੀ, ਸਾਹਮਣੇ ਆਵਾਂਗੇ, ਕਿਹੜਾ ਕਾਨੂੰਨ ਬਣਦਾ। ਦੇਖੋ ਸਾਹਮਣੇ ਆਵਾਂਗੇ, ਜੋ ਲੀਗਲ ਰੈਮਡੀਜ਼ ਹੋਵੇਗੀ ਅਸੀਂ ਡਾਇਰੈਕਟ ਐਲੀਗੇਸ਼ਨ, ਡਾਇਰੈਕਟ ਆਵਾਂਗੇ। ਮਾਨਯੋਗ ਜੀ ਕਟਾਰੂ ਚੱਕ ਇਸ਼ੂ ਤੇ ਕੁਝ ਨਹੀਂ ਬੋਲ ਰਹੇ ਪਬਲਿਕ ਦੇ ਸਾਹਮਣੇ, ਜਿਹੜਾ ਨੈਸ਼ਨਲ ਕਮਿਸ਼ਨ ਸਾਰੀ ਚੀਜ਼ਾਂ ਦੱਸਣਗੇ ਵੀ ਕਿਹੜੀਆਂ ਧਾਰਾਵਾਂ ਦੇ ਤਹਿਤ ਇਹਨਾਂ ਦੇ ਕਾਰਵਾਈ। ਚਲੋ ਠੀਕ ਹੈ, ਮੈਂ ਕਨਕਲੂਡ ਕਰਨਾ ਸਰ ਪਲੀਜ਼ ਜੀ। ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਨੇ ਨੋਟਿਸ ਦਿੱਤਾ ਇਹਨਾਂ ਦੀ ਸਰਕਾਰ ਨੂੰ ਵੀ ਤੁਸੀਂ ਇੱਕ ਦਲਿਤ ਸਮਾਜ ਦੇ ਵਿਅਕਤੀ ਨਾਲ ਧੱਕਾ ਹੋਇਆ, ਸੈਕਸ਼ੂਅਲ ਮਿਸਕੰਡਕਟ ਹੋਇਆ ਇੱਕ ਮਿਨਿਸਟਰ ਦੁਆਰਾ, ਤੇ ਤੁਸੀਂ ਕੁਝ ਕਰ ਨਹੀਂ ਰਹੇ, ਐਕਸ਼ਨ ਟੇਕਨ। ਤੁਸੀਂ ਕਹਿੰਦੇ ਉਸ ਇਸ਼ੂ ਤੇ ਨਹੀਂ ਬੋਲ ਰਹੇ। ਠੀਕ ਹੈ, ਮੈਂ ਕਨਕਲੂਡ ਕਰਨਾ। ਬਾਵਜੂਦ ਸਾਡੀਆਂ ਗੱਲਾਂ ਕਰ ਰਹੇ ਆ, ਆਪਣੀ ਪੀੜੀ ਥੱਲੇ ਸੋਟਾ ਮਾਰੋ, ਇੰਟਰੋਸਪੈਕਟ ਕਰੋ। ਚਲੋ ਗੱਲ ਇਹ ਹੈ ਕਿ ਆਪਾਂ ਐਕਸ਼ਨ ਲਓ। ਆਪਾਂ ਜਿਸ ਪੁਆਇੰਟ ਤੋਂ ਨਿਕਲੇ ਸੀ ਹੋਰ ਪਾਸੇ ਤਾਂ ਡਿਬੇਟ ਚਲੀ ਜਾਂਦੀ ਹੈ, ਪਰ ਜ਼ਰੂਰੀ ਹੁੰਦਾ ਹੈ ਕਈ ਵਾਰ ਸਾਰੀਆਂ ਗੱਲਾਂ ਦਾ ਜ਼ਿਕਰ ਕਰਨਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਟਾਂਡਾ ਸਾਹਿਬ ਔਰ ਜੈਬਾਂ ਜੀ ਆਖਰੀ ਕਮੈਂਟ ਦੇ ਲਈ ਨਹੀਂ ਆ ਪਾਉਂਗਾ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਹ ਪੂਰੀ ਡਿਬੇਟ ਜਿੱਥੋਂ ਸ਼ੁਰੂ ਹੋਈ ਹੈ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਤੋਂ, ਕਾਂਗਰਸ ਕਹਿ ਰਹੀ ਹੈ ਸਾਨੂੰ ਕੋਈ ਇਸ ਦੇ ਵਿੱਚ ਗਲਤ ਨਜ਼ਰ ਨਹੀਂ ਆ ਰਿਹਾ, ਆਮ ਆਦਮੀ ਪਾਰਟੀ ਨੂੰ ਗਲਤ ਨਜ਼ਰ ਆ ਰਿਹਾ। ਮੈਂ ਪੂਰੀ ਡਿਬੇਟ ਨੂੰ ਕਨਕਲੂਡ ਕਰਦਾ ਹਾਂ। ਜਿਨ੍ਹਾਂ ਨੇ ਪੀਕੇ ਮੂਵੀ ਦੇਖੀ ਹੋਏਗੀ ਆਮਿਰ ਖਾਨ ਦੀ, ਉਸ ਦੇ ਵਿੱਚ ਇੱਕ ਡਾਇਲੋਗ ਹੁੰਦਾ ਹੈ ਕਿ ਇੱਥੇ ਜਿਹੜੇ ਸਾਡੇ ਮਤਲਬ ਪ੍ਰਿਥਵੀ ਦੇ ਉੱਤੇ ਹਰ ਵਰਡ ਨੂੰ ਅਲੱਗ ਤਰੀਕੇ ਨਾਲ ਬੋਲਿਆ ਜਾਂਦਾ, ਉਸ ਦਾ ਅਲੱਗ ਮਤਲਬ ਹੁੰਦਾ ਹੈ। ਆਮਿਰ ਖਾਨ ਬੋਲਦੇ ਨੇ ਕਿ ਜੇਕਰ ਕਿਸੇ ਨੇ ਕਹਿਣਾ ਕਿ ਅੱਛਾ ਹੁਣ ਇਹ ਅਲੱਗ-ਅਲੱਗ ਮਤਲਬ ਇਹਨਾਂ ਟੋਨਸ ਦੇ ਕੱਢੇ ਜਾ ਸਕਦੇ ਨੇ। ਇਹ ਮੂਵੀ ਦੇ ਵਿੱਚ ਹੈ ਜੋ ਜ਼ਹਿਨ ਦੇ ਵਿੱਚ ਆਉਂਦਾ ਹੈ। ਤਾਂ ਹੁਣ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਦੀ ਟੋਨ ਦਾ ਮਤਲਬ ਆਮ ਆਦਮੀ ਪਾਰਟੀ ਵੱਖਰਾ ਕੱਢ ਸਕਦੀ ਹੈ, ਕਾਂਗਰਸ ਵੱਖਰਾ ਕੱਢ ਰਹੀ ਹੈ, ਬਾਕੀ ਪੋਲੀਟੀਕਲ ਪਾਰਟੀਆਂ ਨੂੰ ਉਹ ਟੋਨ ਵੱਖਰੀ ਨਜ਼ਰ ਆ ਸਕਦੀ ਹੈ। ਪਰ ਦੇਖਣਾ ਹੋਏਗਾ ਇੱਕ ਹਫ਼ਤੇ ਦਾ ਅਲਟੀਮੇਟਮ, ਉਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੀ ਪ੍ਰੈਸ ਕਾਨਫਰੰਸ, ਤੇ ਫਿਰ ਜੇਕਰ ਅਲਟੀਮੇਟਮ ਖਤਮ ਹੋਣ ਤੇ ਵੀ ਕੋਈ ਗੱਲ ਨਾ ਨਿਬੜੀ ਤਾਂ ਐਕਸ਼ਨ ਕੀ ਹੋਏਗਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।